ਹੈਲੋ ਹੈਲੋ। ਆਂਡੀ ਆਵਾਜ਼ ਵਧੀਆ ਇੱਕਦਮ। ਚਲੋ ਕਰਨੇ ਸ਼ੁਰੂ ਠੀਕ ਹੈ। ਅੱਛਾ ਯਾਰ, ਤੁਹਾਡਾ ਮੈਨੇਜਮੈਂਟ ਅਕਾਊਂਟ ਦੇ ਅਗਲੇ ਸੈਸ਼ਨ 'ਚ ਬਹੁਤ ਬਹੁਤ ਸਵਾਗਤ ਹੈਗਾ ਯਾਰ। ਪਹਿਲੇ ਤਾਂ ਮੈਂ ਜੋ ਕਰਾਇਆ ਤੁਹਾਨੂੰ ਪਹਿਲੇ ਉਹ ਕੀ ਚੰਗੇ ਤਰੀਕੇ ਨਾਲ ਤੁਸੀਂ ਕੀਤਾ ਕਿ ਨਹੀਂ ਕੀਤਾ, ਕਰੋ ਰਿਵਾਈਜ਼ ਕਰਕੇ ਆਏ ਉਹਨੂੰ। ਥੋੜ੍ਹੀ ਬਹੁਤੀ ਥਿਊਰੀ ਪੜ੍ਹੀ ਸੀ, ਮੈਂ ਤੁਹਾਨੂੰ ਕਿਹਾ ਸੀਗਾ ਵੀ ਕਰਨ ਤੋਂ ਪਹਿਲੇ ਥੋੜ੍ਹਾ ਘਰੋਂ ਪੜ੍ਹ ਕੇ ਆਈਓ, ਠੀਕ ਹੈ। ਪੜ੍ਹ ਕੇ ਆਏ ਹੋ, ਠੀਕ ਹੈ। ਅੱਛਾ ਹੁਣ ਯਾਰ ਅੱਜ ਆਪਾਂ ਕੈਸ਼ ਫਲੋ ਸਟੇਟਮੈਂਟ ਤੇ ਫੰਡ ਫਲੋ ਸਟੇਟਮੈਂਟ ਦਾ ਟੋਪਿਕ ਕਰਨਾ, ਠੀਕ ਹੈ। ਇਹ ਪੇਪਰ 'ਚ ਬਹੁਤ ਜ਼ਿਆਦਾ ਹੀ ਆਇਆ ਦਾ ਅਤੇ ਇਹਨੂੰ ਧਿਆਨ ਨਾਲ ਕਰਿਓ ਬਿਲਕੁਲ। ਮੈਂ ਜੋ ਕਰਾਵਾਂਗਾ ਉਹਨਾਂ ਕਰ ਲਿਓ, ਤੁਹਾਡਾ ਆਰਾਮ ਨਾਲ ਬਣ ਜਾਏਗਾ ਸਾਰਾ। ਮੈਂ ਹੁਣ ਇਹਦੇ ਨੋਟਸ ਵੀ ਬਣਾਏ ਦੇ ਆ ਯਾਰ, ਨੋਟਸ ਮੈਂ ਬਣਾਏ ਦੇ ਆ, ਪਰ ਦੇਖੋ ਧਿਆਨ ਨਾਲ ਤੁਹਾਨੂੰ ਨਾਲ ਬੁੱਕ ਦੇ ਵਿੱਚੋਂ ਤੁਹਾਨੂੰ ਥੋੜ੍ਹਾ ਬਹੁਤਾ ਅੰਡਰਲਾਈਨ ਕਰਨਾ ਪੈਣਾ ਜਿਹਨੇ ਨੋਟਸ ਨਹੀਂ ਬਣਾਉਣੇ। ਅਤੇ ਜਿਹੜਾ ਕਿ ਨੋਟਸ ਬਣਾਇਆ ਕਰਦਾ ਉਹ ਕਾਪੀ ਲੈ ਕੇ ਪੈਨ ਲੈ ਕੇ ਬਹਿ ਜਾਓ ਆਰਾਮ ਨਾਲ ਅਤੇ ਨਾਲ ਲਿਖੀ ਜਾਓ ਜੋ ਬੋਲੇ ਕਰਨਾ ਤੁਹਾਨੂੰ, ਠੀਕ ਹੈ। ਠੀਕ ਹੈ। ਚੱਲ ਆਪਾਂ ਸ਼ੁਰੂ ਕਰਦੇ ਹਾਂ, ਠੀਕ ਆ। ਅੱਛਾ ਯਾਰ, ਹੁਣ ਕੈਸ਼ ਫਲੋ ਤੇ ਫੰਡ ਫਲੋ ਸਟੇਟਮੈਂਟ ਕਰਾਉਣ ਤੋਂ ਪਹਿਲੇ ਮੈਂ ਤੁਹਾਨੂੰ ਤੁਹਾਡਾ ਪੇਜ ਨੰਬਰ ਜਿਹੜਾ ਹੈਗਾ ਨਾ 3.4। ਅੱਛਾ, ਮੈਂ ਅੱਜ ਫਿਰ ਤੋਂ ਕਲਿਆਣੀ ਦੀ ਬੁੱਕ ਅਤੇ ਆਪਣੇ ਕਲਿਆਣੀ ਦੀ ਬੁੱਕ ਨਾਲ ਬਣੇ ਦੇ ਨੋਟਸ ਯੂਜ਼ ਕਰਨੇ, ਠੀਕ ਹੈ। ਅਤੇ ਉਹਦੇ ਨਾਲ ਆਰਾਮ ਨਾਲ ਹੋ ਜਾਏਗਾ ਸਾਡਾ। ਹੁਣ ਸਾਡਾ ਪੇਜ ਨੰਬਰ 3.4 ਹੈਗਾ ਨਾ ਬੁੱਕ ਦਾ, ਉਹਨਾਂ ਨੇ ਸਪੈਸ਼ਲ ਗੱਲ ਕੀਤੀ, ਕਹਿੰਦੇ ਸਾਡੇ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੇ ਹੈਗੇ ਨਾ ਉਹ ਪ੍ਰੋਪਰ ਕਿੰਨੇ ਤਰੀਕੇ ਦੇ ਨੇ। ਵੈਸੇ ਤਾਂ ਬੇਸਿਕਲੀ ਆਪਾਂ ਗੱਲ ਕਰੀਏ ਤਾਂ ਕਿੰਨੇ ਤਰੀਕੇ ਦੇ, ਦੋ ਤਰੀਕੇ ਦੇ, ਬੈਲੈਂਸ ਸ਼ੀਟ ਅਤੇ ਪ੍ਰੋਫਿਟ ਐਂਡ ਲੋਸ, ਠੀਕ ਹੈ। ਪਰ ਯਾਰ ਗੈਪ ਜਿਹੜਾ ਹੈਗਾ ਤੁਹਾਡਾ ਅਕਾਊਂਟਿੰਗ ਜਿਹੜਾ ਗੈਪ ਨਹੀਂ ਪੜ੍ਹਦੇ, ਜਨਰਲੀ ਅਸੈਪਟਿਡ ਅਕਾਊਂਟਿੰਗ ਪ੍ਰਿੰਸੀਪਲ ਉਹ ਕਹਿੰਦਾ ਵੀ ਤੁਹਾਡੇ ਕੋਲ ਫੁੱਲ ਸੈੱਟ ਹੈਗਾ ਨਾ ਫਾਈਨੈਂਸ਼ੀਅਲ ਸਟੇਟਮੈਂਟ ਦਾ, ਉਹ ਤੁਹਾਡੇ 4 ਹੁੰਦੇ ਆ, ਬੈਲੈਂਸ ਸ਼ੀਟ, ਪ੍ਰੋਫਿਟ ਐਂਡ ਲੋਸ, ਹੋਰ ਕਿਹੜੇ ਹੁੰਦੇ ਆ ਪਤਾ, ਸਟੇਟਮੈਂਟ ਆਫ ਚੇਂਜਿਸ ਇਨ ਇਕੁਇਟੀ ਔਰ ਰਿਟੇਨ ਅਰਨਿੰਗ, ਜਿਹਨੂੰ ਆਪਾਂ ਸਟੇਟਮੈਂਟ ਆਫ ਓਨਰ ਫੰਡ ਵੀ ਕਹਿੰਦੇ ਆ, ਠੀਕ ਹੈ। ਅਤੇ ਅਗਲਾ ਆਉਂਦਾ ਇੱਕ ਤੁਹਾਡਾ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ, ਠੀਕ ਹੈ। ਹੁਣ ਜਿਹੜਾ ਤੁਹਾਡਾ ਚੌਥਾ ਬੋਲਿਆ ਨਾ ਮੈਂ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ, ਉਹਦੇ ਵਿੱਚ ਹੀ ਫੰਡ ਫਲੋ ਅਤੇ ਕੈਸ਼ ਫਲੋ ਸਟੇਟਮੈਂਟ ਆਉਂਦੇ ਆ, ਠੀਕ ਹੈ। ਹੁਣ ਯਾਰ ਧਿਆਨ ਨਾਲ ਸੁਣੋ, ਹੁਣ ਇਹ ਕੁਐਸਚਨ ਨੂੰ ਸ਼ੁਰੂ ਕਰਨਾ ਨਾ ਆਪਾਂ ਪਹਿਲੇ ਸਿੱਧੇ ਹੀ ਆਪਾਂ ਸ਼ੁਰੂ ਨਹੀਂ ਕਰਨਾ ਕੈਸ਼ ਫਲੋ ਅਤੇ ਫੰਡ ਫਲੋ। ਆਪਾਂ ਪਹਿਲੇ ਲਗਾ ਲਓ, ਮੈਂ ਇਹ ਤੁਹਾਨੂੰ ਬਣਾਇਆ ਦਾ ਜਿੱਦਾਂ ਇੱਕ ਪੇਜ, ਇਹ ਤੁਹਾਡਾ ਪੇਜ ਹੋ ਗਿਆ। ਇਹ ਤੁਹਾਡਾ ਪੇਜ ਆ। ਹੁਣ ਯਾਰ ਜਿਹੜਾ ਉੱਪਰਲਾ ਬਾਕਸ ਹੈਗਾ ਨਾ, ਇੱਥੇ ਦੀ ਸ਼ੁਰੂਆਤ ਕਿੱਦਾਂ ਕਰੋਗੇ ਇਹਦੀ, ਜੋ ਮੈਂ ਤੁਹਾਨੂੰ ਪਹਿਲੇ ਬੋਲਿਆ ਸਾਰਾ, ਠੀਕ ਹੈ, ਸਟਾਰਟਿੰਗ ਬੋਲੀ ਹੈ। ਉਸ ਤੋਂ ਬਾਅਦ ਜਿਹੜਾ ਐਰੋ ਹੈਗਾ ਨਾ, ਇੱਥੋਂ ਤੋਂ ਸ਼ੁਰੂ ਕਰਨਾ ਲਿਖਣਾ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ, ਠੀਕ ਹੈ। ਹੁਣ ਕਹਿੰਦੇ ਯਾਰ ਇੱਥੋਂ ਦੀ ਸ਼ੁਰੂ ਕਰਿਓ ਲਿਖਣਾ ਵੀ ਜਿਹੜੀ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੇ ਹੁੰਦੇ ਆ ਦੋ ਤਰੀਕੇ ਹੁੰਦੇ ਆ, ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ। ਇਹ ਸਾਨੂੰ ਕੀ ਦੱਸਦੇ ਆ, ਓਪਰੇਟਿੰਗ ਅਤੇ ਫਾਈਨੈਂਸ਼ੀਅਲ ਅਤੇ ਇਨਵੈਸਟਿੰਗ ਦੀ ਸਾਰੀ ਚੀਜ਼ਾਂ ਦੱਸਦੇ ਆ। ਪਰ ਕਹਿੰਦੇ ਯਾਰ ਸਾਡਾ ਬੈਲੈਂਸ ਸ਼ੀਟ ਜਿਹੜੀ ਹੈਗੀ ਨਾ ਉਹ ਸਾਨੂੰ ਦੱਸਦੀ ਆ ਸਾਡੇ ਕੋਲ ਜਿਹੜਾ ਫੰਡ ਹੈਗਾ ਜਾਂ ਰਿਸੋਰਸ ਹੈਗੇ ਸਾਡੇ ਉਹ ਆਏ ਕਰਦੇ ਆ ਅਤੇ ਆਪਾਂ ਯੂਜ਼ ਕਿੱਥੇ ਕਰੇ ਕਰਨੇ ਆ, ਠੀਕ ਹੈ। ਪਰ ਅਗਲਾ ਜਿਹੜਾ P&L ਹੈਗਾ ਉਹ ਸਾਨੂੰ ਦੱਸਣ ਡਿਆ ਵੀ ਓਪਰੇਟਿੰਗ ਚੀਜ਼ਾਂ ਹੈਗੀਆਂ ਉਹਨਾਂ ਦੀ ਟਰੀਟਮੈਂਟ ਕਿੱਦਾਂ ਹੋਏ ਕਰਦੀ ਆ। ਪਰ ਕਹਿੰਦੇ ਕਈ ਵਾਰੀ ਬੈਲੈਂਸ ਸ਼ੀਟ ਅਤੇ P&L ਸਾਨੂੰ ਪ੍ਰੋਪਰ ਤਰੀਕੇ ਨਾਲ ਕਈ ਆਈਟਮਾਂ ਦਾ ਨਹੀਂ ਦੱਸ ਪਾਉਂਦੀ, ਤਾਂ ਕਰਕੇ ਆਪਾਂ ਕੀ ਆ ਇੱਕ ਬੈਟਰ ਅੰਡਰਸਟੈਂਡਿੰਗ ਲਈ ਕੀ ਕਰਦੇ ਹਾਂ, ਆਪਾਂ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ ਬਣਾਉਂਦੇ ਹਾਂ, ਜਿਹਨਾਂ ਨੂੰ ਕੀ ਕਹਿੰਦੇ ਆਪਾਂ ਫੰਡ ਫਲੋ ਅਤੇ ਕੈਸ਼ ਫਲੋ ਸਟੇਟਮੈਂਟ, ਠੀਕ ਹੈ। ਇਹ ਪੂਰਾ ਬੁੱਕ ਦਾ ਬੋਲੇ ਕਰਨਾ ਸਾਰਾ, ਠੀਕ ਹੈ। ਇਹਨਾਂ ਚੱਲ ਜਾਏਗਾ, ਪਤਾ ਹੋ ਜਾਏਗਾ। ਉਸ ਤੋਂ ਬਾਅਦ ਇਹ ਸਾਰਾ ਤੁਸੀਂ ਲਿਖ ਲਾ। ਉਸ ਤੋਂ ਬਾਅਦ ਤੁਸੀਂ ਸਿੱਧੇ ਕਰਨਾ ਹੈਗਾ ਕੈਸ਼ ਫਲੋ ਅਤੇ ਫੰਡ ਫਲੋ ਨੂੰ ਥੋੜ੍ਹਾ ਐਕਸਪਲੇਨ ਕਰ ਦੇਣਾ। ਇਹੀ ਪੇਜ ਤੋਂ ਸ਼ੁਰੂ ਕਰ ਦੇਣਾ, ਇਹਨੂੰ ਥੋੜ੍ਹਾ ਐਕਸਪਲੇਨ ਕਰਨਾ ਇੱਧਰੋਂ ਦੀ ਖਿਚਾ ਕੇ, ਠੀਕ ਹੈ। ਕੈਸ਼ ਫਲੋ ਅਤੇ ਫੰਡ ਫਲੋ ਸਟੇਟਮੈਂਟ ਪਹਿਲੇ ਮੈਂ ਤੁਹਾਨੂੰ ਬੋਲਣ ਲੱਗਾ ਵੀ ਫੰਡ ਫਲੋ ਸਟੇਟਮੈਂਟ। ਯਾਰ ਫੰਡ ਫਲੋ ਸਟੇਟਮੈਂਟ ਜਿਹੜਾ ਇਹਦਾ ਮਤਲਬ ਕੀ ਹੈਗਾ, ਇਹਦੇ 'ਚ ਕੀ ਹੁੰਦਾ, ਵਰਕਿੰਗ ਕੈਪੀਟਲ ਦੇ ਚੇਂਜਿਸ ਅਤੇ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਹੈਗੀ ਤੁਹਾਡੀ ਉਹਦੇ ਜਿਹੜੇ ਚੇਂਜਿਸ ਆਏ ਕਰਦੇ ਆ ਉਹਦੇ ਬਾਰੇ ਹੁੰਦਾ ਫੰਡ ਫਲੋ ਸਟੇਟਮੈਂਟ 'ਚ। ਅਤੇ ਤੁਹਾਨੂੰ ਇਹ ਪਤਾ ਚੱਲਦਾ ਵੀ ਫੰਡ ਤੁਹਾਡਾ ਆਇਆ ਕਿੱਥੋਂ ਹੈ ਅਤੇ ਉਹਨੂੰ ਤੁਸੀਂ ਯੂਜ਼ ਕਿੱਦਾਂ ਕੀਤਾ ਅਤੇ ਕਿੱਥੇ ਕੀਤਾ। ਪਰ ਜਿਹੜੀ ਕੈਸ਼ ਫਲੋ ਸਟੇਟਮੈਂਟ ਆ ਉਹ ਸਾਨੂੰ ਸਿਰਫ ਬੇਸਿਕਲੀ ਕੀ ਦੱਸਦੀ ਹੈ, ਕੈਸ਼ ਦਾ ਇਨਫਲੋ ਅਤੇ ਕੈਸ਼ ਦਾ ਆਊਟਫਲੋ, ਕੈਸ਼ ਐਂਡ ਕੈਸ਼ ਇਕੁਇਲੈਂਟਸ, ਠੀਕ ਹੈ। ਉਹਨਾਂ ਦਾ ਇਨਫਲੋ ਅਤੇ ਉਹਨਾਂ ਦਾ ਆਊਟਫਲੋ ਦੱਸਦੀ ਹੈ ਕੈਸ਼ ਫਲੋ ਸਟੇਟਮੈਂਟ। ਹੁਣ ਯਾਰ ਕੈਸ਼ ਜਿਹੜਾ ਹੈਗਾ ਨਾ ਉਹਨੂੰ ਆਪਾਂ ਜਾਂ ਤਾਂ ਕੈਸ਼ ਇਨ ਹੈਂਡ ਕਹਿ ਲਈਏ ਜਾਂ ਤਾਂ ਡਿਮਾਂਡ ਡਿਪੋਜ਼ਿਟ ਕਹਿ ਲਈਏ। ਅਤੇ ਜਿਹੜਾ ਫੰਡ ਫਲੋ ਮੈਂ ਤੁਹਾਨੂੰ ਕਹਿਣਾ ਜਿਹੜਾ ਕੈਸ਼ ਫਲੋ ਜਿਹੜੇ ਸਟੇਟਮੈਂਟ ਦੇ ਵਿੱਚ ਜਿਹੜਾ ਕਿ ਕੈਸ਼ ਐਂਡ ਕੈਸ਼ ਇਕੁਇਲੈਂਟ ਜਿਹੜਾ ਵਰਡ ਹੈਗਾ ਨਾ ਉਹਦੇ ਲਈ ਆਪਾਂ ਗੱਲ ਕਰਦੇ ਹਾਂ ਜਿਹੜਾ ਕਿ ਸਾਡੀ ਉਹ ਚੀਜ਼ਾਂ ਜਿਹੜੀਆਂ ਕਿ ਈਜ਼ੀਲੀ ਕੈਸ਼ ਦੇ ਵਿੱਚ ਕੀ ਹੋ ਜਾਂਦੀਆਂ, ਕਨਵਰਟ ਹੋ ਜਾਂਦੀਆਂ ਈਜ਼ੀਲੀ। ਕਿਉਂਕਿ ਜਦੋਂ ਸਾਨੂੰ ਇਮੀਡੀਏਟਲੀ ਕੈਸ਼ ਦੀ ਲੋੜ ਪੈਂਦੀ ਹੈ, ਪੇਮੈਂਟ ਕਰਨ ਦੀ ਲੋੜ ਪੈਂਦੀ ਹੈ, ਉਦੋਂ ਸਾਡੇ ਕੈਸ਼ ਐਂਡ ਕੈਸ਼ ਇਕੁਇਲੈਂਟਸ ਅਤੇ ਕੈਸ਼ ਸਾਡੇ ਬੜਾ ਜ਼ਰੂਰੀ ਹੈਗੇ ਆ। ਲਿਕੁਇਡਿਟੀ ਬਣੀ ਰਹਿੰਦੀ ਹੈ ਸਾਡੀ, ਜਿੰਨੇ ਜ਼ਿਆਦਾ ਕੈਸ਼ ਅਤੇ ਕੈਸ਼ ਇਕੁਇਲੈਂਟਸ ਹੋਣਗੇ ਮਤਲਬ ਸਾਡੇ ਕੋਲ ਲਿਕੁਇਡਿਟੀ ਬੜੀ ਵਧੀਆ ਬਣੀ ਦੀ ਹੈਗੀ ਹੈ। ਇਮੀਡੀਏਟਲੀ ਪੇਮੈਂਟ ਕਰਨੀ ਪਏ ਜਾਂ ਫਿਰ ਇਮੀਡੀਏਟਲੀ ਕੈਸ਼ ਦੀ ਲੋੜ ਪੈ ਜੇ, ਇਹਨੂੰ ਚੱਲ ਗਿਆ ਪਤਾ। ਅੱਛਾ ਹੁਣ ਮੈਂ ਸਿੱਧੇ ਤੁਹਾਨੂੰ ਸਾਰਾ ਇੱਥੋਂ ਨੋਟਸ ਤੋਂ ਸ਼ੁਰੂ ਕਰ ਲੈਂਦਾ। ਅੱਛਾ ਨੋਟਸ ਦੇ ਵਿੱਚ ਨਾ ਯਾਰ ਮੈਂ
बुक की हर एक चीज़ ਨੂੰ कवर करने की कोशिश की रही है 70 to 80% ਜਿਹੜਾ बुक ਦੀ ही है सारी लाइन ਜਿਹੜੀਆਂ ਗਈਆਂ कुछ चीज़ों ਨੂੰ मैं इदां लिखे दा भी ਤੁਹਾਨੂੰ थोड़ा आसानी ਨਾਲ समझ आ जाए ਹੁਣ मैं इतने पॉइंट के हिसाब ਨਾਲ लिखे दा ਤੁਸੀਂ पहले की करना पैरा के हिसाब ਨਾਲ शुरू करना ਨੂੰ लिखना पहले कैश फ्लो ਨੂੰ फिर फंड फ्लो ਨੂੰ फिर एक डिफरेंस बना के चलना ਨੂੰ ਆਪਾਂ ठीक है ਹੁਣ पहले मैं ਤੁਹਾਨੂੰ ਕਰਾਉਣ ਲੱਗਾ कैश फ्लो स्टेटमेंट यार कैश फ्लो स्टेटमेंट आप बनाने एज पर प्रिपेयर्ड एज पर AS3 ਜਿਹੜਾ ਹੈਗਾ ना पहले तो कला AS का मतलब की है अकाउंटिंग स्टैंडर्ड्स 3 रिवाइज्ड है ਜਿਹੜਾ कि ਹੁਣ ठीक है ना ਹੁਣ कैश फ्लो स्टेटमेंट की हैगी है एक स्टेटमेंट हैगी है ऑफ कैश एंड कैश इक्विवेलेंट्स का इनफ्लो एंड आउटफ्लो ठीक है ਇਹਦੇ ਵਿੱਚ ਕੀ ਕਰਦੇ ਆ ਆਪਾਂ यार एक एंटरप्राइज ही बनती हैगी है ड्यूरिंग अ स्पैसीफाइड पीरियड ਇਹਦੇ 'ਚ ਕੀ ਕਰਦੇ ਆ ਆਪਾਂ बिजनेस ट्रांजैक्शनस का नैट इफैक्ट कैश ਤੇ कैश इक्विवेलेंट से की पे करता ਆਪਾਂ ਉਹਨੂੰ भी देखते हैं रिकॉर्ड करते हैं यार बिजनेस ट्रांजैक्शन ਕਿਹੜੀਆਂ ਗਈਆਂ ਇਹ मैं ਤੁਹਾਨੂੰ थोड़ा शो ਕੀਤੇ रा या तो रिसिप्ट पेमेंट्स हो गई या तो एसेट लाइबिलिटी हो गई या फिर थोड़ी इनकम ते एक्सपेंसिस हो गए ठीक है उन्हों का नैट इफैक्ट इनफ्लो एंड आउटफ्लो जोड़ा है कैश ते कैश इक्विवेलेंट से की आया करता है आपां ओनू करते हैं रिकॉर्ड किहदे विच कैश फ्लो स्टेटमेंट ये कैश बेसिस ते बनती है तो यह एज पर AS3 बनती है इन्हों तुहानूं मैं दसता ये की होया करता समराइज्ड फॉर्म दे विच की करना आपां चेंजिस देखने हैं कैश ते कैश इक्विवेलेंट्स की होया करते हैं हुण ये की करते हैं आपां रिपोर्टिंग करनी हुंदी आपां कैश की पोजीशन कितनी है साडी स्ट्रेंथ कितनी हैगी है जे सानूं इमीडिएटली जिहड़ा पेमेंट करने की लोड़ पै जे तो साडे कोल की सफिशेंट कैश ते सफिशेंट कैश एंड कैश इक्विवेलेंट जिहड़े आ पे दे आ कि नहीं पे दे हुण यार आपां की करते हैं कैश फ्लो नूं आपां क्लासीफाई कीते दा इनफ्लो ते आउटफ्लो नूं तीन तरीके नाल एक्टिविटी के हिसाब नाल कह लो आपां ऑपरेटिंग एक्टिविटी इन्वेस्टिंग एक्टिविटी ते फाइनेंसिंग एक्टिविटी यार ऑपरेटिंग एक्टिविटी का मतलब की है डे टू डे जी चीज़ां होंदी रहिंदियां तुहाडे बिजनेस एंटरप्राइज दे विच हुण ऑपरेटिंग जिहड़ा हैगा ना ऑपरेटिंग एक्टिविटीज़ वो बिजनेस टू बिजनेस डिपेंड करदियां ठीक है तो उस तो बाद आ जांदा तुहाडा इन्वेस्टिंग एक्टिविटी तुसीं इन्वेस्ट कित्थे कीता तुसीं डिसइन्वेस्टमेंट कीती वो सब कुछ आ गया फिर अगला आ गया फाइनेंसिंग एक्टिविटीज़ यार फाइनेंसिंग एक्टिविटी की हैगी आ भी तुसीं पैसा कित्थों इकट्ठा कीता हुण अगला तुहाडा टॉपिक आ जांदा है कैश बजट इनू भी कैश फ्लो स्टेटमेंट के थल्ले ही लिख देना सी कैश बजट की है एक फाइनेंशियल फोरकास्टिंग की टेक्नीक है ये आपां की करते हैं कैश का एस्टीमेट लगाना है साडी कैश की पोजीशन स्ट्रोंग है या कैश की पोजीशन साडी की हैगी वीक हैगी है उन्होंने सानूं यह पता चलता है फिर आपां देखते हैं भी रिसिप्ट ते पेमेंट जिहड़े हैगे ड्यूरिंग अ पीरियड किदां चले करते साडे रिसिप्ट्स ते पेमेंट्स ये की हुंदा शॉर्ट टर्म ये की हुंदा शॉर्ट टर्म ते लॉन्ग टर्म कैश फ्लो का इनफ्लो ये करता है या फिर आउटफ्लो ये करता है वो आप देखते हैं तो ये कैश इनटेक जोड़ा कि कैश इनफ्लो कहने जिन्होंने आप तो कैश आउटलेज जिन्हों आउटफ्लो कहने वो ये करता है अच्छा ये वर्ड बुक च लिखे रहे मैं करके इदा यूज़ करते रहे ठीक है बुक की लैंगुएज जरूर लिखनी है पेपर च पर लिमिटेड बिल्कुल ही बुकिश नहीं लिखना अपनी लैंगुएज आराम नाल इन्हां यूज़ कर सकते वर्ड्स भी हुण उही पूरी चीज़ जी मैं तुहानूं बोली है उन्होंने पैरा च लिखण तो बाद तुसीं इदां कुछ पॉइंट लिख देने हैं जो मैं तुहानूं पहले कराते हैं उन्होंने भी पॉइंट शो कर देना भी की तुहानूं चीज़ां देखण नूं मिलियां पूरे पैरा दे विच ये चार चीज़ां जी तुहानूं सामने हैगी स्क्रीन ते तुहानूं लभे करदी ना आराम नाल भी इन्हां नूं ही पॉइंट च लिख देना भी ये तुहानूं इत्थों समरी पता चले करदी है उस तो बाद कैश फ्लो स्टेटमेंट नूं बनाउण दे यार बेसिकली किन्ने मैथड हैगे तुहाडे कोल दो डायरैक्ट मैथड ते इनडायरैक्ट मैथड आपां दोवें प्रैक्टिकल च कीते रहे अच्छा इत्थे आपां सिर्फ थ्योरी करन लगे ठीक है ना जे टाइम लगेगा तो मैं तुहानूं सैशन के एंड दे विच जिहड़े फॉर्मेट दस दांगा क्योंकि कई बारी क्वेश्चन यह भी आ जांदा भी फॉर्मेट बना दो कैश फ्लो स्टेटमेंट दे ज़्यादा आंदा ज़्यादातर हुण अगला तुहानूं मैं कराउण लगा फंड फ्लो स्टेटमेंट यार फंड फ्लो स्टेटमेंट या फिर यदा मैं दूसरा नाम कहां की है सोर्सिज एंड एप्लीकेशन ऑफ फंड फंड फ्लो स्टेटमेंट के कई वैरायटी ऑफ मीनिंग है यार ये पहले तो एक वर्ड से ध्यान दो फंड रैफर्स टू यार फंड का मतलब की है इत्थे उन्होंने फंड का मतलब दस्सिया वर्किंग कैपिटल एंड स्टेटमेंट ऑफ चेंजिज इन फाइनैंशियल पोजीशन मतलब वर्किंग कैपिटल का मतलब की होंदा थोड़ा एक्सप्लेन कर दिया चीज़ नूं वर्किंग कैपिटल इज इक्वल टू करंट एसेट ते करंट लाइबिलिटी पर यह बिल्कुल ठीक नहीं है वर्किंग कैपिटल दो तरीके नाल होंदा ग्रोस वर्किंग कैपिटल ते नैट वर्किंग कैपिटल पिछले दी कीता ही ना आपां फोर्थ सैम च यार ग्रोस वर्किंग कैपिटल इज इक्वल टू करंट एसेट ते नैट वर्किंग कैपिटल इज इक्वल टू करंट एसेट माइनस करंट लाइबिलिटी हुण उहदे विच भी थोड़ा होर अगे देखिए तो आपां कहने आ भी जिहड़ा अपना करंट एसेट जो उहदे च ज़्यादा है नैट वर्किंग कैपिटल दे विच करंट एसेट ज़्यादा है तो साडा पॉजिटिव नैट वर्किंग कैपिटल है तो जे आपां कहिए भी करंट लाइबिलिटीज़ ज़्यादा है फिर नैगेटिव वर्किंग कैपिटल साडा आ जांदा
ਨੈਗੇਟਿਵ ਨੈਟ ਵਰਕਿੰਗ ਕੈਪੀਟਲ, ਠੀਕ ਹੈ। ਹੁਣ ਫੰਡ ਫਲੋ ਸਟੇਟਮੈਂਟ 'ਚ ਕੀ ਹੁੰਦਾ, ਕੈਸ਼ ਤੇ ਸਟੇਟਮੈਂਟ ਆਫ ਚੇਂਜਿਸ ਇਨ ਫਾਈਨੈਂਸ਼ੀਅਲ ਪੋਜੀਸ਼ਨ। ਕਹਿੰਦੇ ਯਾਰ ਕੀ ਆਇਆ ਕਰਦੇ, ਚੇਂਜਿਸ ਕਿਹਦੇ ਆ, ਫਾਈਨੈਂਸ਼ੀਅਲ ਪੋਜੀਸ਼ਨ ਦੇ, ਤੇ ਕੈਸ਼ ਇਕੁਇਵਲੈਂਟ ਜਿਹੜੇ ਚੇਂਜ ਆਏ ਕਰਦੇ ਆ ਉਹ ਸਾਰਾ ਇਕੱਠਾ ਕਰਕੇ ਸ਼ੋ ਕਰਦੇ ਆ ਆਪਾਂ ਫੰਡ ਫਲੋ ਸਟੇਟਮੈਂਟ 'ਚ ਇੱਕ ਪਰਟੀਕੂਲਰ ਡੇਟ ਤੇ ਜਾਂ ਬਿਟਵੀਨ ਟੂ ਡੇਟਸ। ਇੰਨਾ ਰਹੇਗਾ ਯਾਦ। ਹੁਣ ਕਹਿੰਦੇ ਫੰਡ ਫਲੋ ਸਟੇਟਮੈਂਟ ਕੀ ਹੈ, ਡਾਇਨਾਮਿਕ ਇਨ ਨੇਚਰ ਹੈ ਤੇ ਅਕਰੂਅਲ ਬੇਸਿਸ ਤੇ ਬਣਦੀ ਹੈ। ਇਹ ਕੈਸ਼ ਫਲੋ ਸਟੇਟਮੈਂਟ ਕੈਸ਼ ਬੇਸਿਸ ਤੇ ਬਣਦੀ ਸੀ ਤੇ ਫੰਡ ਫਲੋ ਕਿਤੇ ਬਣਦੀ ਹੈ, ਅਕਰੂਅਲ ਬੇਸਿਸ ਤੇ ਬਣਦੀ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਵੀ ਫੰਡ ਫਲੋ ਸਟੇਟਮੈਂਟ ਹੈ ਨਾ ਉਹ ਕਿਹਦੀ ਹੈਲਪ ਨਾਲ ਬਣਦੀ ਆ, ਤੈਨੂੰ ਪਤਾ ਕਿਹਦੀ ਹੈਲਪ ਨਾਲ ਬਣਦੀ ਆ, ਇਨਕਮ ਸਟੇਟਮੈਂਟ। ਕਹਿੰਦੇ ਫੰਡ ਫਲੋ ਸਟੇਟਮੈਂਟ ਇਨਕਮ ਸਟੇਟਮੈਂਟ ਦੀ ਹੈਲਪ ਨਾਲ ਬਣਦੀ ਹੈ, ਠੀਕ ਹੈ। ਹੁਣ ਇਹਦਾ ਕੋਈ ਪ੍ਰਿਸਕ੍ਰਾਈਬਡ ਫੋਰਮੈਟ ਨਹੀਂ ਦਿੱਤੇ ਰਹਾ ਉਹਨਾਂ ਨੇ, ਪਰ ਐਜ਼ ਪਰ AS3 ਕੈਸ਼ ਫਲੋ ਸਟੇਟਮੈਂਟ ਦਾ ਤਾਂ ਕੀ ਦਿੱਤੇ ਸੀਗਾ, ਫੋਰਮੈਟ ਦਿੱਤੇ ਸੀ ਉਹਨਾਂ ਨੇ ਉੱਥੇ। ਫੰਡ ਫਲੋ ਸਟੇਟਮੈਂਟ ਦਾ ਕੋਈ ਸਪੈਸੀਫਾਈਡ ਫੋਰਮੈਟ ਨਹੀਂ ਦਿੱਤੇ, ਪਰ ਬੁੱਕ 'ਚ ਆਪਾਂ ਚੱਲ ਉਹਨਾਂ ਨੇ ਦਿੱਤੇ, ਆਪਾਂ ਉਹ ਪੜ੍ਹਨੇ ਆ, ਠੀਕ ਹੈ। ਹੁਣ ਉਹਨਾਂ ਨੇ ਅੱਗੇ ਥੋੜੀ ਜਿਹੀ ਲਾਈਨ ਲਿਖ ਕੇ ਕਹਿਤਾ ਸੀਗਾ ਵੀ ਫੰਡ ਫਲੋ ਸਟੇਟਮੈਂਟ ਤੇ ਕੈਸ਼ ਫਲੋ ਸਟੇਟਮੈਂਟ ਪ੍ਰੀਪੇਅਰਡ ਟੂ ਸਮਰਾਈਜ਼ ਦ ਚੇਂਜਿਸ। ਕਹਿੰਦੇ ਆਪਾਂ ਕੀ ਕਰਨੇ, ਚੇਂਜਿਸ ਜਿਹੜੇ ਹੈਗੇ ਉਹਨੂੰ ਕੀ ਕਰਨਾ, ਸਮਰਾਈਜ਼ਡ ਫਾਰਮ ਦੇ ਵਿੱਚ ਕੀ ਕਰਨਾ ਹੈਗਾ, ਇਹ ਦੋਵਾਂ ਸਟੇਟਮੈਂਟ 'ਚ ਲਿਖਣਾ। ਕੈਸ਼ ਦੇ ਵਿੱਚ ਸਿਰਫ ਕੈਸ਼ ਦੀ ਗੱਲ ਹੋਏਗੀ ਤੇ ਫੰਡ ਫਲੋ 'ਚ ਕੈਸ਼ ਦੀ ਵੀ ਤੇ ਫਾਈਨੈਂਸ਼ੀਅਲ ਪੋਜੀਸ਼ਨ ਦੀ ਵੀ ਗੱਲ ਹੋਏਗੀ, ਜਿਹੜੇ ਕਿ ਬਿਜ਼ਨਸ ਦੇ ਵਿੱਚ ਹੋਏ ਕਰਦੇ ਆ। ਹੁਣ ਇੱਕ ਪੁਆਇੰਟਸ ਦੇ ਵਿੱਚ ਮੈਂ ਡਿਫਰੈਂਸ ਲਿਖਿਆ ਹੈਗਾ ਟੇਬਲ ਦੀ ਫਾਰਮ 'ਚ, ਇੱਥੋਂ ਵੀ ਕਰ ਲੈਂਦੇ ਆਪਾਂ। ਅੱਛਾ ਯਾਰ, ਹੁਣ ਕੋਈ ਮੈਨੂੰ ਡਿਫਰੈਂਸ ਦੱਸੇਗਾ ਕੀ ਹੈਗਾ ਫੰਡ ਫਲੋ ਤੇ ਕੈਸ਼ ਫਲੋ ਦਾ? ਮੈਂ ਤੇ ਕਰਾ ਦੇਣਾ, ਕੋਈ ਗੱਲ ਨਹੀਂ, ਚਲੋ। ਅੱਛਾ ਹੁਣ ਫੰਡ ਫਲੋ ਤੇ ਕੈਸ਼ ਫਲੋ ਡਿਫਰੈਂਸ ਕੀ ਆ ਯਾਰ, ਕੰਸੈਪਟ ਦੀ ਗੱਲ ਆਈਏ ਤੇ ਫੰਡ ਫਲੋ ਸਟੇਟਮੈਂਟ ਕੀ ਹੈਗਾ, ਵਾਈਡਰ ਇਨ ਕੰਸੈਪਟ ਹੈ ਤੇ ਕੈਸ਼ ਫਲੋ ਕੀ ਹੈਗਾ, ਨੈਰੋ। ਕਿਉਂਕਿ ਕੈਸ਼ ਫਲੋ ਕਿੰਨਾ ਡੀਲ ਕਰਦਾ, ਸਿਰਫ ਕੈਸ਼ ਤੇ ਕੈਸ਼ ਇਕੁਇਵਲੈਂਟ ਦੇ ਇਨਫਲੋ ਤੇ ਆਊਟਫਲੋ ਦੇ, ਤੇ ਬਿਜ਼ਨਸ ਟ੍ਰਾਂਜੈਕਸ਼ਨਾਂ ਦਾ ਕੈਸ਼ ਫਲੋ ਦੇ, ਬਿਜ਼ਨਸ ਟ੍ਰਾਂਜੈਕਸ਼ਨਾਂ ਦਾ ਕੈਸ਼ ਫਲੋ ਦੇ ਕੀ ਇਫੈਕਟ ਪੇ ਕਰਦਾ, ਨੈਟ ਇਫੈਕਟ ਕਹਾਂ ਜਿਹਨੂੰ ਮੈਂ। ਬਿਜ਼ਨਸ ਟ੍ਰਾਂਜੈਕਸ਼ਨ ਆਪਾਂ ਦੇਖੀਆਂ ਸੀ ਪਿੱਛੇ ਹੋਣੀ, ਠੀਕ ਹੈ ਨਾ, ਕਿਹੜੀਆਂ ਸੀਗੀਆਂ। ਫੰਡ ਫਲੋ ਸਟੇਟਮੈਂਟ ਕੀ ਆ, ਵਾਈਡਰ ਕੰਸੈਪਟ ਹੈ, ਕੈਸ਼ ਨੂੰ ਵੀ ਕਵਰ ਕਰੇ ਕਰਦਾ ਤੇ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੇ ਚੇਂਜਿਸ ਆਏ ਕਰਦੇ ਆ ਉਹਦੇ 'ਚ ਵੀ ਡੀਲ ਕਰੇ ਕਰਦਾ। ਅਗਲਾ ਆ ਗਿਆ ਬੇਸਿਸ, ਬਣਾਉਣ ਦੇ ਬੇਸਿਸ ਕੀ ਆ। ਫੰਡ ਫਲੋ ਸਟੇਟਮੈਂਟ ਨੂੰ ਆਪਾਂ ਅਕਰੂਅਲ ਬੇਸਿਸ ਤੇ ਬਣਾਉਂਦੇ ਆ ਤੇ ਕੈਸ਼ ਫਲੋ ਸਟੇਟਮੈਂਟ ਆਪਾਂ ਕਿਤੇ ਬਣਾਉਂਦੇ ਆ, ਕੈਸ਼ ਬੇਸਿਸ ਤੇ। ਅਗਲਾ ਹੈਗਾ ਪ੍ਰੈਪਰੇਸ਼ਨ। ਆਪਾਂ ਜਿਹੜਾ ਹੈਗਾ ਨਾ ਫੰਡ ਫਲੋ ਸਟੇਟਮੈਂਟ ਨੂੰ ਕਿਸ ਹਿਸਾਬ ਨਾਲ ਬਣਾਉਂਦੇ ਆ, ਦੋ ਤਰੀਕੇ ਨਾਲ। ਇੱਕ ਤੇ ਆਪਾਂ ਕੀ ਕਰਦੇ ਆ, ਚੇਂਜਿਸ ਇਨ ਵਰਕਿੰਗ ਕੈਪੀਟਲ, ਤੇ ਦੂਸਰਾ ਹੈਗਾ ਸਟੇਟਮੈਂਟ ਫਾਈਨੈਂਸ਼ੀਅਲ ਪੋਜੀਸ਼ਨ ਦੀ। ਪਰ ਜਿਹੜਾ ਆਪਣਾ ਕੈਸ਼ ਫਲੋ ਸਟੇਟਮੈਂਟ ਹੈ ਉਹਦੇ 'ਚ ਆਪਾਂ ਬੇਸਿਕਲੀ ਕੀ ਦੇਖਣਾ, ਪ੍ਰੀਪੇਅਰ ਕੀ ਕਰਨਾ ਉਹਨੂੰ, ਕੈਸ਼ ਤੇ ਕੈਸ਼ ਇਕੁਇਵਲੈਂਟ ਦੇ ਵਿੱਚ ਇਨਫਲੋ ਕੀ ਆਇਆ ਕਰਦਾ ਤੇ ਆਊਟਫਲੋ ਕੀ ਆਇਆ ਕਰਦਾ। ਉਸ ਤੋਂ ਅੱਗੇ ਟਰਮ, ਕਹਿੰਦੇ ਫੰਡ ਫਲੋ ਸਟੇਟਮੈਂਟ ਨੂੰ ਆਪਾਂ ਕਿਹਦੇ ਲਈ ਬਣਾਉਂਦੇ ਆ, ਲੌਂਗ ਟਰਮ ਪਲੈਨਿੰਗ ਦੀ ਤੇ ਲੌਂਗ ਟਰਮ ਫਾਈਨੈਂਸਿੰਗ ਲਈ ਬਣਾਉਂਦੇ ਆ। ਪਰ ਜਿਹੜਾ ਸਾਡਾ ਕੈਸ਼ ਫਲੋ ਸਟੇਟਮੈਂਟ ਆ ਉਹਨੂੰ ਆਪਾਂ ਸ਼ੋਰਟ ਟਰਮ ਐਨਾਲਿਸਿਸ ਲਈ ਬਣਾਉਂਦੇ ਆ ਤੇ ਕੈਸ਼ ਪਲੈਨਿੰਗ ਲਈ ਬਣਾਉਂਦੇ ਆ। ਫੰਡ ਫਲੋ ਸਟੇਟਮੈਂਟ ਨਾਲ ਸਾਨੂੰ ਪਤਾ ਚੱਲਦਾ ਵੀ ਸਾਡਾ ਫੰਡ 'ਚ ਇੰਪਰੂਵਮੈਂਟ ਕਿੰਨਾ ਹੋਇਆ, ਸਾਡਾ ਫੰਡ ਦੇ ਵਿੱਚ ਜਿਹੜਾ ਹੈਗਾ ਕਮੀ ਆਈ ਹੈ ਜਾਂ ਫੰਡ ਦੇ ਵਿੱਚ ਜਿਹੜਾ ਹੈਗਾ ਸਾਡਾ ਵਾਧਾ ਹੋਇਆ। ਕੈਸ਼ ਫਲੋ ਸਟੇਟਮੈਂਟ 'ਚ ਆਪਾਂ ਕੀ ਦੇਖਦੇ ਹਾਂ ਵੀ ਕੈਸ਼ ਦੀ ਪੋਜੀਸ਼ਨ ਸਾਡੀ ਠੀਕ ਆ ਜਾਂ ਨਹੀਂ ਹੈਗੀ। ਮਤਲਬ ਵੀ ਮੈਂ ਕਹਾਂ ਤੁਹਾਡੀ ਲਿਕੁਇਡਿਟੀ ਪ੍ਰੋਪਰ ਬਣੀ ਦੀ ਹੈ ਕਿ ਨਹੀਂ ਬਣੀ ਦੀ। ਤੁਹਾਨੂੰ ਇਮੀਡੀਏਟਲੀ ਕੈਸ਼ ਦੀ ਲੋੜ ਪੈ ਗਈ ਤਾਂ ਤੁਸੀਂ ਕੀ ਕਰੋਗੇ, ਤੁਹਾਡੇ ਕੋਲ ਕੈਸ਼ ਤੇ ਕੈਸ਼ ਇਕੁਇਵਲੈਂਟ ਹੋਣਾ ਬੜੀ ਜ਼ਰੂਰੀ ਹੈਗੀ ਆ। ਜਦੋਂ ਤੁਹਾਨੂੰ ਇਮੀਡੀਏਟਲੀ ਕੈਸ਼ ਦੀ ਲੋੜ ਪੈ ਜਾਂਦੀ ਹੈ, ਪੇਮੈਂਟ ਕਰਨ ਦੀ ਲੋੜ ਪੈ ਜਾਂਦੀ ਹੈ। ਫਿਰ ਹੁਣ ਇੱਥੋਂ ਦੀ ਜਿਹੜਾ ਕੀ ਆ, ਇਹ ਸਿਰਫ ਕੀ ਹੈਗਾ ਮੈਂ ਹਿੰਟ ਦਿੱਤੇ ਰਹੇ ਆ, ਤੁਸੀਂ ਇੱਥੋਂ ਧਿਆਨ ਨਾਲ ਸੁਣੋ ਮੈਂ ਕੀ ਬੋਲੇ ਕਰਨਾ। ਵਰਕਿੰਗ ਕੈਪੀਟਲ ਨੂੰ ਕੱਢਣਾ ਹੈਗਾ ਆਪਾਂ, ਕਿੰਨਾ ਕੱਢਦੇ ਸੀਗੇ ਮੈਂ ਤੁਹਾਨੂੰ ਪਹਿਲੇ ਬੋਲਿਆ ਸੀ, ਵਰਕਿੰਗ ਕੈਪੀਟਲ ਦੇ ਚੇਂਜਿਸ। ਵਰਕਿੰਗ ਕੈਪੀਟਲ ਦਾ ਨੋਰਮਲ ਫਾਰਮੂਲਾ ਕੀ ਹੁੰਦਾ, ਕਰੰਟ ਐਸੈਟ ਤੇ ਕਰੰਟ ਲਾਇਬਿਲਿਟੀ ਨਾਲ ਨਿਕਲਦੀ ਹੈ। ਅੱਛਾ ਮੈਂ ਤੁਹਾਨੂੰ ਪੁੱਛ ਲਾਂ ਵੀ ਵਰਕਿੰਗ ਕੈਪੀਟਲ ਰੇਸ਼ੋ ਕਿੱਦਾਂ ਨਿਕਲਦੀ ਹੈ, ਕਰੰਟ ਐਸੈਟ ਡਿਵਾਈਡਿਡ ਬਾਈ ਕਰੰਟ ਲਾਇਬਿਲਿਟੀ। ਹੁਣ ਯਾਰ ਇਹਨਾਂ ਨੇ ਕਿਹਾ ਯਾਰ ਵੀ ਫੰਡ ਫਲੋ ਸਟੇਟਮੈਂਟ 'ਚ ਸਾਨੂੰ ਕੀ ਰੀਜ਼ਨ ਵੀ ਪਤਾ ਚੱਲਦੇ ਆ ਵੀ ਵਰਕਿੰਗ ਕੈਪੀਟਲ 'ਚ ਚੇਂਜ ਕਿਉਂ ਆਏ ਆ, ਸ਼ੋ ਕਰਦੇ ਹਾਂ ਆਪਾਂ। ਪਰ ਕੈਸ਼ ਫਲੋ ਸਟੇਟਮੈਂਟ 'ਚ ਆਪਾਂ ਸਿਰਫ ਕੀ ਸ਼ੋ ਕਰਨਾ, ਬੇਸਿਕਲੀ ਕੈਸ਼ ਦਾ ਇਨਫਲੋ ਕੈਸ਼ ਦਾ ਆਊਟਫਲੋ। ਫਿਰ ਤੋਂ ਸੇਮ ਪੁਆਇੰਟ ਆ ਗਿਆ ਅੱਗੇ। ਹੁਣ ਇੱਕ ਹੋਰ ਪੁਆਇੰਟ ਆਉਂਦਾ ਵੀ ਆਪਾਂ ਕੀ ਵਰਕਿੰਗ ਕੈਪੀਟਲ ਦੇ ਚੇਂਜਿਸ ਨੂੰ ਰਿਵੀਲ ਕਰਦੇ ਆ ਜਾਂ ਨਹੀਂ ਕਰਦੇ। ਫੰਡ ਫਲੋ ਸਟੇਟਮੈਂਟ ਕਹਿੰਦਾ ਵੀ ਆਪਾਂ ਉੱਦਾਂ ਤੇ ਵਰਕਿੰਗ ਕੈਪੀਟਲ ਚੇਂਜਿਸ ਨੂੰ ਆਪਾਂ ਸ਼ੋ ਨਹੀਂ ਕਰਦੇ ਪੂਰਾ ਪ੍ਰੋਪਰ ਉੱਥੇ, ਪਰ ਆਪਾਂ ਕੀ ਕਰਦੇ ਹਾਂ ਇੱਕ ਸੈਪਰੇਟ ਸ਼ਡਿਊਲ ਦੇ ਵਿੱਚ ਸ਼ੋ ਕਰਦੇ ਹਾਂ ਚੇਂਜਿਸ ਇਨ ਵਰਕਿੰਗ ਕੈਪੀਟਲ। ਉਹਦਾ ਸ਼ਡਿਊਲ ਦਾ ਨਾਮ ਹੀ ਚੇਂਜਿਸ ਇਨ ਵਰਕਿੰਗ ਕੈਪੀਟਲ ਹੈਗਾ, ਸੈਪਰੇਟਲੀ ਸ਼ੋ ਕਰਦੇ ਆਪਾਂ ਫੰਡ ਫਲੋ 'ਚ। ਪਰ ਕੈਸ਼ ਫਲੋ ਸਟੇਟਮੈਂਟ 'ਚ ਆਪਾਂ ਕੀ ਸਮਰਾਈਜ਼ਡ ਫਾਰਮ ਦੇ ਵਿੱਚ ਚੇਂਜਿਸ ਇਨ ਵਰਕਿੰਗ ਕੈਪੀਟਲ ਨੂੰ ਆਪਾਂ ਸ਼ੋ ਕਰਦੇ ਹਾਂ ਇਨਡਾਇਰੈਕਟ ਮੈਥਡ 'ਚ ਤੁਸੀਂ ਪੜ੍ਹਿਆ ਹੋਣਾ। ਕੈਸ਼ ਫਲੋ ਸਟੇਟਮੈਂਟ 'ਚ ਆਪਾਂ ਕੀ ਐਕਟੀਵਿਟੀਜ਼ ਨੂੰ ਵੰਡੇ ਦਾ, ਓਪਰੇਟਿੰਗ, ਇਨਵੈਸਟਿੰਗ,
ਫਾਈਨੈਂਸਿੰਗ ਤੇ ਉਸ ਹਿਸਾਬ ਨਾਲ ਕੈਸ਼ ਫਲੋ ਨੂੰ ਦੇਖਦੇ ਆ। ਪਰ ਫੰਡ ਫਲੋ ਸਟੇਟਮੈਂਟ 'ਚ ਆਪਾਂ ਐਕਟੀਵਿਟੀਜ਼ ਨੂੰ ਉਦਾਂ ਨਹੀਂ ਵੰਡੇਦਾ। ਠੀਕ ਆ, ਡਿਫਰੈਂਸ ਹੋ ਗਿਆ ਸਾਡਾ। ਆਰਾਮ ਨਾਲ ਹੋ ਜੇ ਕਰਨਾ। ਅੱਛਾ, ਹੁਣ ਸਾਡਾ ਅਗਲਾ ਟੌਪਿਕ ਆ ਜਾਂਦਾ ਛੋਟਾ ਜਿਹਾ, ਵੈਸੇ ਐਗਜ਼ਾਮ 'ਚ ਮੁਸ਼ਕਿਲ ਹੀ ਆਏਗਾ, ਪਰ ਇਹਨੂੰ ਤੁਸੀਂ ਕੁਐਸਚਨ ਵੱਡਾ ਕਰਨਾ ਤੇ ਇਹਨੂੰ ਬਿਲਕੁਲ ਲਿਖ ਲਿਓ। ਆਬਜੈਕਟਿਵ ਹੈਗਾ ਬਿਲਕੁਲ ਛੋਟਾ ਜਿਹਾ। ਕਹਿੰਦੇ ਕੈਸ਼ ਫਲੋ ਸਟੇਟਮੈਂਟ ਦੇ ਆਬਜੈਕਟਿਵ ਕੀ ਇਹਨੂੰ ਬਣਾਉਣ ਦੇ, ਮਕਸਦ ਕੀ ਬਣਾਉਣ ਦਾ, ਠੀਕ ਹੈ ਨਾ, ਗੋਲ ਕੀ ਤੁਹਾਨੂੰ ਬਣਾਉਣ ਦੇ ਕੈਸ਼ ਫਲੋ ਸਟੇਟਮੈਂਟ। ਕਹਿੰਦੇ ਪਹਿਲੀ ਗੱਲ ਤੇ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟ ਦੇ ਜਿਹੜੇ ਯੂਜ਼ਰ ਹੈਗੇ ਆ ਯਾਰ, ਉਹਨਾਂ ਨੂੰ ਪਤਾ ਵੀ ਤਾਂ ਹੋਣਾ ਚਾਹੀਦਾ ਵੀ ਸਾਡੇ ਕੋਲ ਕੈਸ਼ ਤੇ ਕੈਸ਼ ਇਕੁਇਵਲੈਂਟ ਈਜ਼ੀਲੀ ਅਵੇਲੇਬਲ ਹੈਗਾ ਨਹੀਂ ਹੈਗਾ। ਲਿਕੁਇਡਿਟੀ ਆ ਜੇ, ਕੈਸ਼ ਦੀ ਲੋੜ ਪੈ ਜੇ, ਸਾਡੇ ਕੋਲ ਅਵੇਲੇਬਲ ਪ੍ਰੋਪਰ ਹੈਗਾ ਨਹੀਂ ਬਣਾ, ਲਿਕੁਇਡਿਟੀ ਬਣੀ ਦੀ ਕਿ ਨਹੀਂ ਬਣੀ ਦੀ, ਯੂਜ਼ਰਸ ਨੂੰ ਪਤਾ ਹੋਣਾ ਚਾਹੀਦਾ। ਅਗਲਾ ਹੈਗਾ ਆਪਾਂ ਐਕਟੀਵਿਟੀਜ਼ ਨੂੰ ਕਿੱਦਾਂ ਵੰਡੇ ਦਾ ਸੀਗਾ, ਓਪਰੇਟਿੰਗ, ਇਨਵੈਸਟਿੰਗ ਤੇ ਫਾਈਨੈਂਸਿੰਗ। ਕਹਿੰਦੇ ਉਹਦੇ ਵਿੱਚ ਕੈਸ਼ ਐਂਡ ਕੈਸ਼ ਇਕੁਇਵਲੈਂਟ ਦਾ ਇਨਫਲੋ ਤੇ ਆਊਟਫਲੋ, ਇਸ ਦੇ 2 ਪੁਆਇੰਟ ਬਣ ਗਏ ਸਾਡੇ। ਉਹ ਕੀ ਕਰਨਾ ਆਪਾਂ ਸਰਟਨ ਕਰਨਾ। ਅਗਲਾ ਆਪਾਂ ਇਹ ਦੇਖਣਾ ਹੈਗਾ ਵੀ 2 ਡੇਟਸ ਜਿਹੜੀਆਂ ਹੈਗੀਆਂ ਬੈਲੈਂਸ ਸ਼ੀਟ ਦੀਆਂ, ਉਹਨਾਂ ਤੇ ਨੈਟ ਇੰਕਰੀਜ਼ ਤੇ ਨੈਟ ਡਿਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ ਕਿੰਨਾ ਹੈਗਾ, ਚੱਲੇ ਪਤਾ। ਹੁਣ ਤੁਹਾਡਾ ਅਗਲਾ ਕੁਐਸਚਨ, ਵੈਸੇ ਤੇ ਐਗਜ਼ਾਮ 'ਚ ਮੇਰੇ ਖਿਆਲ ਨਾਲ ਨਹੀਂ ਆਇਆ, ਪਰ ਇਹਨੂੰ ਕਰ ਲਓ ਕਿਉਂਕਿ ਹਰ ਵਾਰੀ ਜ਼ਰੂਰੀ ਨਹੀਂ ਹੈ ਵੀ ਡਿਫਰੈਂਸ ਹੀ ਆਏ ਤੁਹਾਡਾ। ਇਹਨੂੰ ਕਰ ਲਓ, ਕਾਫੀ ਆਸਾਨ ਕੁਐਸਚਨ ਹੈ, ਬਿਲਕੁਲ ਨਹੀਂ ਮੈਂ ਅੰਡਰਲਾਈਨ ਕੀਤੇ ਦੀ ਹੈ, ਜਾਂ ਤਾਂ ਇਹਨੂੰ ਅੰਡਰਲਾਈਨ ਕਰ ਲਓ ਜਾਂ ਤਾਂ ਮੈਂ ਜਿੱਦਾਂ ਦਾ ਬੋਲੇ ਕਰਨਾ ਇਹਨੂੰ ਨਾਲ ਲਿਖ ਲਓ, PDF ਮਿਲ ਜਾਏਗੀ ਤੁਹਾਨੂੰ ਬਿਲਕੁਲ। ਹਾਂ, ਅਗਲਾ ਆ ਗਿਆ ਯੂਜ਼ਸ ਐਂਡ ਸਿਗਨੀਫਿਕੈਂਸ ਆਫ ਕੈਸ਼ ਫਲੋ ਸਟੇਟਮੈਂਟ, ਜਾਂ ਫਿਰ ਜੇ ਇੰਪੋਰਟੈਂਸ ਵੀ ਆ ਗਿਆ ਤੁਸੀਂ ਤਾਂ ਵੀ ਇਹੀ ਲਿਖ ਲਿਓ, ਜਾਂ ਬੈਨੀਫਿਟ ਆ ਗਿਆ, ਐਡਵਾਂਟੇਜ ਆ ਗਿਆ ਤਾਂ ਵੀ ਇਹੀ ਲਿਖ ਲਿਓ, ਉਹਨਾਂ ਨੇ ਪੂਰਾ ਸ਼ੋਅ ਕੀਤੇ ਦਾ ਇੱਥੇ। ਠੀਕ ਹੈ, ਯਾਦ ਰੱਖਿਓ ਵੀ ਕਿੱਦਾਂ ਲਿਖਣਾ ਇਹਨੂੰ। ਹੁਣ ਪਹਿਲਾ ਪੁਆਇੰਟ ਕਹਿੰਦਾ ਵੀ ਕੈਸ਼ ਫਲੋ ਸਟੇਟਮੈਂਟ ਕੈਸ਼ ਬੇਸਿਸ ਤੇ ਬਣਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੈਸ਼ ਦੀ ਪੋਜੀਸ਼ਨ ਦਾ ਪਤਾ ਚੱਲਦਾ। ਅੱਛਾ, ਇਹਦੇ 'ਚ ਕੋਈ ਨਵਾਂ ਨਹੀਂ ਹੈ ਯਾਰ, ਜੋ ਮੈਂ ਤੁਹਾਨੂੰ ਪਹਿਲੇ ਬੋਲਿਆ ਸੀ ਨਾ ਉਹੀ ਚੀਜ਼ ਨੂੰ ਚੁੱਕ ਕੇ ਇਹਨਾਂ ਨੇ ਪੁਆਇੰਟ 'ਚ ਲਿਖੇ ਦਾ। ਹੁਣ ਅਗਲਾ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੀ ਆ, ਸੋਰਸਿਸ ਜਿਹੜੇ ਹੈਗੇ ਕੀ ਉਹਨਾਂ ਦੀ ਕੀ ਹੁੰਦੀ, ਐਨਾਲਿਸਿਸ ਹੁੰਦੀ ਆ ਵੀ ਆਪਾਂ ਕੈਸ਼ ਦੀ ਡਿਪਲੋਇਮੈਂਟ ਕਿੱਥੇ ਕੀਤੀ, ਪ੍ਰੋਕਿਉਰਮੈਂਟ ਕਿੱਦਾਂ ਕੀਤੀ, ਕੈਸ਼ ਐਂਡ ਕੈਸ਼ ਇਕੁਇਵਲੈਂਟ ਦਾ। ਉਸ ਤੋਂ ਬਾਅਦ ਸਾਨੂੰ ਕੀ ਪਤਾ ਚੱਲਦਾ ਹੈ ਫਿਊਚਰ 'ਚ ਸਾਡੇ ਕੈਸ਼ ਦੀ ਪੋਜੀਸ਼ਨ ਕੀ ਹੋਏਗੀ, ਸਾਡਾ ਪਲਾਨ ਕੀ ਹੋਏਗਾ, ਕੋਆਰਡੀਨੇਸ਼ਨ ਨਾਲ ਕਿੱਦਾਂ ਚੱਲਣਾ ਆਪਾਂ, ਵੀ ਫਿਊਚਰ 'ਚ ਆਪਾਂ ਕਿੱਦਾਂ ਚੱਲਾਂਗੇ ਉਹਨੂੰ ਕੈਸ਼ ਨੂੰ ਲੈ ਕੇ, ਆਪਾਂ ਕੈਸ਼ ਜਨਰੇਟ ਕਿੱਥੇ ਕੀਤਾ, ਆਪਾਂ ਕੈਸ਼ ਲਗਾਇਆ ਕਿੱਥੇ। ਅਗਲਾ ਕੰਪੈਰੀਜ਼ਨ, ਕਹਿੰਦੇ ਯਾਰ ਕੈਸ਼ ਫਲੋ ਸਟੇਟਮੈਂਟ 'ਚ ਕੀ ਹੁੰਦਾ, ਹਿਸਟੋਰੀਕਲ ਤੇ ਪ੍ਰੋਜੈਕਟਿਡ ਜਿਹੜੀ ਕੈਸ਼ ਫਲੋ ਸਟੇਟਮੈਂਟ ਹੁੰਦੀ ਹੈ ਨਾ, ਉਹਦੇ 'ਚ ਆਪਾਂ ਦੇਖਣਾ ਹੈ ਵੀ ਕੀ ਡੈਫੀਸ਼ੀਐਂਸੀ ਜਾਂ ਫਿਰ ਕੋਈ ਕਮੀ ਤਾਂ ਨਹੀਂ ਆਏ ਕਰਦੀ ਸਾਡੇ ਕੋਲ, ਉਹਨੂੰ ਆਪਾਂ ਦੇਖਣਾ ਵੀ ਜਿੰਨਾ ਆਪਾਂ ਕੀ ਹੈ ਇਫੈਕਟਿਵ ਐਕਸ਼ਨ ਲੈ ਸਕੀਏ, ਇਮੀਡੀਏਟ ਐਕਸ਼ਨ ਲੈ ਸਕੀਏ ਜੇ ਸਾਡੇ ਕੋਲ ਕੋਈ ਡੈਫੀਸ਼ੀਐਂਸੀ ਨਿਕਲ ਕੇ ਆਇਆ ਕਰਦੀ ਹੈ, ਮਤਲਬ ਕਮੀ, ਡੈਫੀਸ਼ੀਐਂਸੀ ਮਤਲਬ ਕਮੀ। ਫਿਰ ਇਹਦੇ 'ਚ ਕੀ ਕਰਦੇ ਹਾਂ ਆਪਾਂ, ਇੰਟਰ ਤੇ ਇੰਟਰਾ ਫਰਮ ਕੈਸ਼ ਫਲੋ ਸਟੇਟਮੈਂਟ ਜਿਹੜੀ ਹੈਗੀ ਆ ਉਹ ਰਿਵੀਲ ਕਰਦੀ ਹੈ ਸਾਨੂੰ ਵੀ ਸਾਡੇ ਕੋਲ ਸ਼ੋਰਟ ਟਰਮ ਪੇਇੰਗ ਕਪੈਸਿਟੀ ਸਾਡੀ ਪ੍ਰੋਪਰ ਹੈਗੀ ਨਹੀਂ ਹੈਗੀ, ਮਤਲਬ ਆਪਾਂ ਲਿਕੁਇਡਿਟੀ ਕਹਿ ਲਈਏ, ਬਿਲਕੁਲ ਨੋਰਮਲ ਭਾਸ਼ਾ 'ਚ ਆਪਾਂ ਲਿਕੁਇਡਿਟੀ ਕਹਿ ਲਈਏ। ਮੈਂ ਵਰਡ ਮੁਸ਼ਕਲ ਯੂਜ਼ ਕਰਿਆ ਕਰਨਾ, ਪਰ ਇਹ ਬੁੱਕਿਸ਼ ਵਰਡ ਹੈਗੇ ਆ, ਬੁੱਕ ਤੋਂ ਪੜ੍ਹੋਗੇ ਤਾਂ ਤੁਹਾਨੂੰ ਥੋੜਾ ਟਾਈਮ ਲੱਗ ਜਾਣਾ, ਤੇ ਮੈਂ ਉਹੀ ਵਰਡ ਯੂਜ਼ ਕਰਿਆ ਕਰਨਾ ਜਿਹੜੇ ਬੁੱਕ 'ਚ ਲਿਖੇ ਦੇ ਉਹਨਾਂ ਨੇ ਆਰਾਮ ਨਾਲ। ਠੀਕ ਹੈ, ਫਿਰ ਉਸ ਤੋਂ ਬਾਅਦ ਯਾਰ ਕੈਸ਼ ਫਲੋ ਸਟੇਟਮੈਂਟ ਸਾਨੂੰ ਕੀ ਕਰਦੀ ਹੈਗੀ ਆ, ਹੈਲਪ ਕਰਦੀ ਆ ਪਲੈਨਿੰਗ ਕਰਨ 'ਚ। ਯਾਰ ਲਗਾ ਲਓ ਤੁਸੀਂ ਲੋਨ ਲੈਣ ਲੱਗੇ ਹੋ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ, ਕਿਸੇ ਬੈਂਕ ਤੋਂ ਜਾਂ ਫਿਰ ਕਿਸੇ ਵੀ ਜਗ੍ਹਾ ਤੋਂ, ਕਹਿੰਦੇ ਹੋ ਤੁਹਾਡੀ ਪੋਜੀਸ਼ਨ ਦੇਖਦੇ ਆ ਕੈਸ਼ ਦੀ ਕਿੱਦਾਂ ਦੀ ਆ, ਫੰਡ ਦੀ ਕਿੱਦਾਂ ਦੀ ਹੈ, ਤਾਂ ਉਹਦੇ ਲਈ ਸਟੇਟਮੈਂਟ ਬਣਾਉਣੀਆਂ ਕਿ ਜ਼ਰੂਰੀ ਹੋ ਜਾਂਦੀਆਂ, ਤਾਂ ਹੀ ਉਹ ਲੋਨ ਦੇਣਗੇ, ਤੁਹਾਡੀ ਪੋਜੀਸ਼ਨ ਤਾਂ ਠੀਕ ਹੈਗੀ ਹੈ। ਤੇ ਅਗਲਾ ਅੱਛਾ, ਆਪਾਂ ਇਹ ਵੀ ਦੇਖ ਸਕਦੇ ਹਾਂ ਸਾਡੇ ਕੋਲ ਵੀ ਕੈਸ਼ ਦੀ ਪੋਜੀਸ਼ਨ ਪੂਅਰ ਹੈ ਜਾਂ ਫਿਰ ਸਾਡੇ ਕੋਲ ਕੈਸ਼ ਬੜਾ ਹੀ ਸਬਸਟੈਂਸ਼ੀਅਲ ਪੇਦਾ, ਮਤਲਬ ਜ਼ਿਆਦਾ ਪੇਦਾ, ਤੇ ਉਹਨੂੰ ਕੈਸ਼ ਨੂੰ ਆਪਾਂ ਕਿੱਥੇ ਪ੍ਰੋਪਰ ਯੂਜ਼ ਕਰ ਸਕਦੇ ਹੈਗੇ ਆ। ਉਸ ਹਿਸਾਬ ਨਾਲ ਹੀ ਆਪਾਂ ਅੱਗੇ ਪਲੈਨਿੰਗ ਕਰਾਂਗੇ ਵੀ ਸਾਡੇ ਕੋਲ ਜੇ ਕੈਸ਼ ਘੱਟ ਹੈ ਤੇ ਆਪਾਂ ਬਚਤ ਕਰਨ ਦੀ ਕੋਸ਼ਿਸ਼ ਕਰਾਂਗੇ, ਮਤਲਬ ਸੇਫਲੀ ਪਲੇ ਕਰਾਂਗੇ। ਪਰ ਜੇ ਸਾਡੇ ਕੋਲ ਕੈਸ਼ ਬੜਾ ਜ਼ਿਆਦਾ ਫਿਰ ਆਪਾਂ ਰਿਸਕ ਲੈਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਅਗਲਾ ਆ ਗਿਆ ਕੈਸ਼ ਫਲੋ ਸਟੇਟਮੈਂਟ, ਕਹਿੰਦੇ ਬੜਾ ਯੂਜ਼ਫੁਲ ਹੈਗਾ ਕਿਹਦੇ ਲਈ, ਸ਼ੋਰਟ ਟਰਮ ਲਈ। ਆਪਾਂ ਡਿਫਰੈਂਸ ਵੀ ਬੜਿਆ ਸੀ ਨਾ, ਕੈਸ਼ ਫਲੋ ਸਟੇਟਮੈਂਟ ਸ਼ੋਰਟ ਟਰਮ ਲਈ ਜ਼ਰੂਰੀ ਹੈਗਾ ਤੇ ਵਧੀਆ ਹੈਗਾ ਐਜ਼ ਕੰਪੇਅਰ ਟੂ ਫੰਡ ਫਲੋ ਸਟੇਟਮੈਂਟ। ਫੰਡ ਫਲੋ ਸਟੇਟਮੈਂਟ ਨੂੰ ਆਪਾਂ ਲੌਂਗ ਟਰਮ ਲਈ ਪ੍ਰੈਫਰ ਕਰਦੇ ਹਾਂ। ਕੈਸ਼ ਫਲੋ ਸਟੇਟਮੈਂਟ ਨੂੰ ਐਜ਼ ਪਰ AS3 ਬਣਾਇਆ ਜਾਂਦਾ, ਅਕਾਊਂਟਿੰਗ ਸਟੈਂਡਰਡ 3 ਰਿਵਾਈਜ਼ਡ, ਬ੍ਰੈਕਟ 'ਚ ਰਿਵਾਈਜ਼ ਜ਼ਰੂਰ ਲਿਖੀ ਉਹਦੇ ਨਾਲ। ਠੀਕ ਹੈ, ਹੁਣ ਅਗਲਾ ਕਹਿੰਦੇ ਕੈਸ਼ ਫਲੋ ਸਟੇਟਮੈਂਟ 'ਚ ਆਪਾਂ ਕੀ ਕੀਤਾ, ਐਕਟੀਵਿਟੀਜ਼ ਨੂੰ ਕਲਾਸੀਫਾਈ ਕੀਤੇ ਦਾ, ਓਪਰੇਟਿੰਗ, ਇਨਵੈਸਟਿੰਗ ਤੇ ਫਾਈਨੈਂਸਿੰਗ। ਹਾਂ, ਚੱਲ ਗਿਆ ਪਤਾ, ਐਕਟੀਵਿਟੀ ਨੂੰ ਸੈਪਰੇਟ ਕੀਤੇ ਦਾ, ਪਰ ਫੰਡ ਫਲੋ ਸਟੇਟਮੈਂਟ 'ਚੋਂ ਐਕਟੀਵਿਟੀਜ਼ ਨੂੰ ਸੈਪਰੇਟ ਨਹੀਂ ਕੀਤੇ ਦਾ ਸੀਗਾ, ਤਾਂ ਕਰਕੇ ਕੈਸ਼ ਫਲੋ ਸਟੇਟਮੈਂਟ 'ਚ ਮੰਨਿਆ ਜਾਂਦਾ ਵੀ ਇਹਦੇ ਵਿੱਚ ਥੋੜੀ ਕਲੈਰਿਟੀ ਮਿਲਦੀ ਹੈ ਸਾਨੂੰ ਵੀ ਓਪਰੇਟਿੰਗ ਕਿਹੜੀ ਹੈ, ਇਨਵੈਸਟਿੰਗ ਕਿਹੜੀ ਹੈ ਤੇ ਫਾਈਨੈਂਸਿੰਗ ਕਿਹੜੀ ਹੈ। ਅਗਲਾ ਆ ਗਿਆ ਲਿਮਿਟੇਸ਼ਨਸ ਵੀ ਨਾਲ ਜਾਣ ਦਿਓ। ਜੇ ਤੁਹਾਨੂੰ ਇਹੀ ਜਿਹੜਾ ਕੁਐਸਚਨ ਮੈਂ ਤੁਹਾਨੂੰ ਨਹੀਂ ਬੋਲਿਆ ਸੀਗਾ ਇਹ ਆ ਗਿਆ ਤੇ ਲਿਮਿਟੇਸ਼ਨਸ ਵੀ ਨਾਲ ਜਾਣ ਦਿਓ, ਇਹਦੀ ਵਧੀਆ ਰਹੇਗਾ। ਹੁਣ ਲਿਮਿਟੇਸ਼ਨ ਕਿਹੜੀਆਂ, ਇਹ ਸਿਰਫ ਕੈਸ਼ ਬੇਸਿਸ ਤੇ ਡੀਲ ਕਰਦਾ ਹੈ, ਅਕਾਊਂਟਿੰਗ ਦੇ ਕਈ ਪ੍ਰਿੰਸੀਪਲਸ ਨੂੰ ਫੋਲੋ ਨਹੀਂ ਕਰਦਾ ਹੈ, ਜਿੱਦਾਂ ਕਿ ਅਕਰੂਅਲ ਬੇਸਿਸ ਹੋ ਗਏ, ਕਿਉਂਕਿ ਕੈਸ਼ ਬੇਸਿਸ ਨਾਲ ਡੀਲ ਕਰਿਆ ਕਰਦਾ। ਫਿਰ ਅਗਲਾ ਕਹਿੰਦੇ ਕਈ ਜਣੇ ਮੰਨਦੇ ਆ ਵੀ ਵਰਕਿੰਗ ਕੈਪੀਟਲ
ज़्यादा वड्डा कंसैप्ट है फंड का, वो तो सीधी जी गल है वर्किंग कैपिटल वड्डा क्योंकि ये कैश भी कवर होए करता है, तो ਤਾਂ ਕਰਕੇ ਉਹਨੂੰ ਥੋੜਾ ਜੀ ਕੰਪਲੀਟ ਪਿਕਚਰ ਜ਼ਿਆਦਾ ਮੰਨਦੇ ਆ ਆਪਾਂ ਫੰਡ ਫਲੋ ਸਟੇਟਮੈਂਟ ਨੂੰ ਐਜ਼ ਕੰਪੇਅਰ ਟੂ ਕੈਸ਼ ਫਲੋ ਸਟੇਟਮੈਂਟ। ਫਿਰ ਅੱਗੇ ਕਹਿੰਦੇ ਕੈਸ਼ ਫਲੋ ਸਟੇਟਮੈਂਟ ਜਿਹੜੀ ਨਾ ਪ੍ਰੋਫਿਟੇਬਿਲਿਟੀ ਨੂੰ ਜੱਜ ਕਰਨ ਲਈ ਪੂਰੇ ਤਰੀਕੇ ਨਾਲ ਸੁਟੇਬਲ ਨਹੀਂ ਹੈ, ਪਰ ਇਹਦੇ ਵਿੱਚ ਆਪਾਂ ਇਹ ਵੀ ਕਹਿੰਦੇ ਆ ਵੀ ਨੋਨ ਕੈਸ਼ ਜਿਹੜੇ ਚੇਂਜਿਸ ਹੈਗੇ ਆਏ ਕਰਦੇ ਉਹਨਾਂ ਨੂੰ ਆਪਾਂ ਕੰਸੀਡਰ ਨਹੀਂ ਕੀਤਾ, ਬਹੁਤ ਵੱਡਾ ਪੁਆਇੰਟ। ਸਿਰਫ ਕੈਸ਼ ਚੇਂਜਿਸ ਨੂੰ ਆਪਾਂ ਕੀ ਦੇਖੇ ਕਰਨੇ ਆ, ਨੋਨ ਕੈਸ਼ ਚੇਂਜਿਸ ਨੂੰ ਨਹੀਂ ਵੇਖੇ ਕਰਦੇ। ਅਗਲਾ ਕਹਿੰਦੇ ਕੈਸ਼ ਫਲੋ ਸਟੇਟਮੈਂਟ ਜਿਹੜੀ ਨਾ ਉਹ ਇਨਕਮ ਸਟੇਟਮੈਂਟ ਦਾ ਸਬਸਟੀਟਿਊਟ ਨਹੀਂ ਹੈਗਾ, ਉਹ ਕੀ ਹੈਗਾ ਕੰਪਲੀਮੈਂਟਰੀ ਹੈਗਾ ਇਨਕਮ ਸਟੇਟਮੈਂਟ ਦਾ। ਆਪਾਂ ਇਹਦੇ 'ਚ ਕੀ ਦੇਖੇ ਕਰਦੇ ਹਾਂ, ਨੈਟ ਕੈਸ਼ ਫਲੋ ਡਜ਼ ਨੋਟ ਮੀਨ ਦ ਨੈਟ ਇਨਕਮ ਆਫ ਫਰਮ। ਕਹਿੰਦੇ ਨੈਟ ਕੈਸ਼ ਫਲੋ ਜਿਹੜਾ ਹੈਗਾ ਨਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਨੈਟ ਇਨਕਮ ਹੈਗੀ ਆ ਫਰਮ ਦੀ। ਨੈਟ ਕੈਸ਼ ਫਲੋ ਮਤਲਬ ਹਾਂ ਨੈਟ ਇੰਕਰੀਜ਼ ਔਰ ਨੈਟ ਡਿਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ ਸਾਡੇ ਕੋਲ ਨਿਕਲ ਕੇ ਆ ਜਾਂਦਾ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਐਟ ਬਿਗਨਿੰਗ, ਉਸ ਤੋਂ ਬਾਅਦ ਐਂਡ ਕੀ ਨਿਕਲਦਾ ਐਟ ਐਂਡ, ਸਾਡੇ ਕੋਲ ਨਾਲ ਹੀ ਆਨਸਰ ਆ ਜਾਂਦਾ। ਡਾਇਰੈਕਟ ਮੈਥਡ ਨਾਲ ਤੇ ਇਨਡਾਇਰੈਕਟ ਮੈਥਡ ਦੋਵਾਂ ਨਾਲ ਇੱਦਾਂ ਹੀ ਹੁੰਦਾ ਸੀਗਾ। ਐਂਡ 'ਚ ਆਉਂਦੇ ਹਾਂ ਜਦੋਂ ਆਪਾਂ, ਉਹ ਫਿਲਹਾਲ ਛੱਡੋ। ਅਗਲਾ ਪੁਆਇੰਟ ਯਾਰ ਆਪਾਂ ਕੀ ਕਹਿੰਦੇ ਆ, ਅੱਛਾ ਇਹ ਪੁਆਇੰਟ ਤੇ ਕੀ ਹੈਗਾ ਸੇਮ ਹੀ ਲਿਖਤੇ ਰਹਿਣਾ ਇੱਥੇ। ਸਾਨੂੰ ਕੰਪੈਰੇਟਿਵ ਸਟੱਡੀ ਆਫ ਕੈਸ਼ ਫਲੋ ਸਟੇਟਮੈਂਟ ਮੇ ਬੀ ਅੱਛਾ ਕਹਿੰਦੇ ਯਾਰ ਕਈ ਵਾਰੀ ਆਪਾਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰੀਏ ਨਾ ਤੇ ਕੈਸ਼ ਫਲੋ ਸਟੇਟਮੈਂਟ ਦੇ ਰਿਜ਼ਲਟ ਜਿਹੜੇ ਹੈਗੇ ਥੋੜੇ ਜਿਹੇ ਮਿਸਲੀਡਿੰਗ ਨਿਕਲ ਕੇ ਆਉਂਦੇ ਆ, ਕਿਉਂਕਿ ਇਹਦੇ 'ਚ ਕਈ ਚੀਜ਼ਾਂ ਨੂੰ ਕੰਸੀਡਰ ਨਹੀਂ ਕੀਤੇ ਦਾ, ਜਿੱਦਾਂ ਮੈਂ ਤੁਹਾਨੂੰ ਕਹਾਂ ਅਕਰੂਅਲ ਬੇਸਿਸ ਨੂੰ ਕੰਸੀਡਰ ਨਹੀਂ ਕੀਤੇ ਦਾ, ਇਹ ਕਾਫੀ ਵੱਡੀ ਕਮੀ ਹੈ ਦੇਖਿਆ ਤੇ। ਅਗਲਾ ਯਾਰ ਤੁਹਾਡਾ ਪ੍ਰੋਸੀਜਰ ਕੀ ਆ ਜਾਂਦਾ ਕੈਸ਼ ਫਲੋ ਸਟੇਟਮੈਂਟ ਨੂੰ ਬਣਾਉਣ ਦਾ, ਪ੍ਰੋਸੀਜਰ ਕੀ ਹੈ? ਅੱਛਾ ਐਗਜ਼ਾਮ ਕੁਐਸਚਨ ਤੇ ਮੈਂ ਤੁਹਾਨੂੰ ਕੈਸ਼ ਫਲੋ ਸਟੇਟਮੈਂਟ ਦੇ ਚੈਪਟਰ ਦੇ ਕਰਾਤੇ ਆ, ਤੇ ਇਹਦੇ ਨਾਲ ਮੈਂ ਤੁਹਾਨੂੰ ਹੋਰ ਐਕਸਟਰਾ ਜਿਹੜੇ 2 ਕੁਐਸਚਨ ਇਹ ਵੀ ਕਰਾਇਆ ਕਰਨਾ, ਕਿਉਂਕਿ ਯਾਰ ਬੜੀ ਵਾਰੀ ਆਇਆ ਕਰਦਾ, ਇਹ ਰਿਪੀਟ ਹੋਇਆ ਕਰਦਾ। ਇਹ ਜਿਹੜੇ ਕੁਐਸਚਨ ਹੈ ਹੋ ਸਕਦਾ ਜੇ ਇਸ ਵਾਰੀ ਰਿਪੀਟ ਨਾ ਹੋਏ ਤੇ ਇਹ ਵਾਲੇ ਕੁਐਸਚਨ ਆ ਜਾਣ, ਤੇ ਇਹਨਾਂ ਨੂੰ ਵੀ ਜ਼ਰੂਰ ਕਰ ਲਓ ਜਿਹੜੇ ਮੈਂ ਤੁਹਾਨੂੰ ਕਰਾਇਆ ਕਰਨਾ। ਕਹਿੰਦੇ ਪ੍ਰੋਸੀਜਰ ਕੀ ਹੈ ਕੈਸ਼ ਫਲੋ ਸਟੇਟਮੈਂਟ ਬਣਾਉਣ ਦਾ? ਪਹਿਲੇ ਬੇਸਿਕ ਇਨਫੋਰਮੇਸ਼ਨ ਕਿਹੜੀ ਹੁੰਦੀ ਆ ਤੁਹਾਨੂੰ ਜਿਹੜੀ ਕਿ ਰਿਕੁਆਇਰਡ ਹੈ, ਪਹਿਲੇ ਤਾਂ ਆਪਾਂ ਕੀ ਕਰਨਾ ਕੰਪੈਰੇਟਿਵ ਬੈਲੈਂਸ ਸ਼ੀਟ ਜਿਹੜੀਆਂ ਹੈਗੀਆਂ 2 ਟਾਈਮ ਤੇ ਉਹਨਾਂ ਨੂੰ ਲੈਣਾ, ਇੱਕ ਬਿਗਨਿੰਗ ਵਾਲੀ ਤੇ ਇੱਕ ਐਂਡ ਵਾਲੀ ਆਫ ਦ ਪੀਰੀਅਡ, ਮੇਰਾ ਕਾਊਂਟਿੰਗ ਪੀਰੀਅਡ ਹੈਗਾ ਜਿਹੜਾ। ਆਪਾਂ ਕੀ ਕਰਨਾ ਕੰਪੈਰੇਟਿਵ ਸਟੇਟਮੈਂਟ ਲੈਣੀਆਂ 2 ਟਾਈਮ ਦੀਆਂ, ਇੱਕ ਤੇ ਐਟ ਦ ਬਿਗਨਿੰਗ ਆਫ ਪੀਰੀਅਡ ਵਾਲੀ, ਇੱਕ ਤੇ ਐਟ ਦ ਐਂਡ ਆਫ ਦ ਪੀਰੀਅਡ ਵਾਲੀ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਆਪਾਂ ਕੀ ਕਰਨਾ ਇਨਕਮ ਸਟੇਟਮੈਂਟ ਜਿਹੜੀ ਹੈਗੀ ਕਰੰਟ ਅਕਾਊਂਟਿੰਗ ਪੀਰੀਅਡ ਦੀ, ਜਿਹਨੂੰ ਕਿ ਆਪਾਂ P&L ਵੀ ਕਹਿ ਦਿੰਦੇ ਆ, ਉਹ ਲੈਣੀ ਹੈ। ਫਿਰ ਕੁਛ ਐਡੀਸ਼ਨਲ ਤੇ ਐਕਸਟਰਾ ਜਾਂ ਹਿਡਨ ਟ੍ਰਾਂਜੈਕਸ਼ਨ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਆਪਾਂ ਰਿਕਾਰਡ ਦੀ ਕੀਤੀਆਂ ਦੀਆਂ ਉਹਨਾਂ ਨੂੰ ਆਪਾਂ ਚੱਕ ਲੈਣਾ। ਮੈਂ ਕੀ ਬੋਲਿਆ, ਬੈਲੈਂਸ ਸ਼ੀਟ ਲਓ 1 ਸਾਲ ਦੇ ਸਟਾਰਟ ਵਾਲੀ, 1 ਸਾਲ ਦੇ ਐਂਡ ਵਾਲੀ, P&L ਲਓ, ਜਾਂ ਫਿਰ ਮੈਂ ਤੁਹਾਨੂੰ ਕਹਦਾ ਵੀ ਇਨਕਮ ਸਟੇਟਮੈਂਟ ਲਓ ਕਰੰਟ ਅਕਾਊਂਟਿੰਗ ਪੀਰੀਅਡ ਦੀ, ਤੇ ਉਸ ਤੋਂ ਬਾਅਦ ਕੁਝ ਜਿਹੜੀ ਕਿ ਐਡੀਸ਼ਨਲ ਇਨਫੋਰਮੇਸ਼ਨ ਹੈਗੀ ਹੈ ਜਾਂ ਫਿਰ ਐਕਸਟਰਾ ਜੋ ਕਿ ਤੁਸੀਂ ਹਿਡਨ ਹੈਗਾ ਤੇ ਤੁਸੀਂ ਸ਼ੋਅ ਨਹੀਂ ਕੀਤਾ ਸੀਗਾ ਉਹਨੂੰ ਲੈ ਕੇ ਆ ਜਾਓ। ਇਹ ਚੀਜ਼ਾਂ ਨਾਲ ਤੁਸੀਂ ਕੀ ਕਰਨਾ, ਤੁਹਾਡਾ ਕੈਸ਼ ਫਲੋ ਸਟੇਟਮੈਂਟ ਬਣੇਗੀ ਤੁਹਾਡੀ। ਅੱਛਾ ਯਾਰ ਇਹਦੇ 'ਚ ਸਟੈਪ ਕੀ ਹੈਗੇ ਉਹਨੂੰ ਬਣਾਉਣ ਦੇ ਇਹਨਾਂ ਨੇ ਸਟੈਪਸ ਦੱਸੇ ਰਾ, ਆਪਾਂ ਇਹਦੇ 'ਚੋਂ ਨਾਲ ਹੀ ਟੇਬਲ ਬਣਾ ਦਿੰਦੇ ਹੁੰਦੇ ਆ। ਇਹ ਤੁਹਾਨੂੰ ਮੈਂ ਹਾਲੇ ਨਹੀਂ ਕਰਾਵਾਂਗਾ, ਇਹ ਤੁਹਾਨੂੰ ਮੈਂ ਸੈਪਰੇਟਲੀ ਕਰਾਉਣਾ, ਇਹਨੂੰ ਇੱਥੋਂ ਕਰਨਾ ਥੋੜ੍ਹਾ ਜਿਹਾ ਡਰਾਈ ਹੋਏ ਨਾ, ਠੀਕ ਹੈ। ਹੁਣ ਇਹ ਵੀ ਤੁਹਾਡਾ ਅਗਲਾ ਇੱਕ ਐਗਜ਼ਾਮ ਕੁਐਸਚਨ ਆ, ਤੁਹਾਨੂੰ ਬੜੀ ਹੀ ਆਇਆ ਫੰਡ ਫਲੋ ਸਟੇਟਮੈਂਟ ਦੇ ਯੂਜ਼ਸ ਤੇ ਸਿਗਨੀਫਿਕੈਂਸ ਕੀ ਹੈਗੇ ਆ, ਪੇਪਰ 'ਚ ਆਇਆ ਐਗਜ਼ਾਮ 'ਚ ਆਇਆ 2 ਜਾਂ 3 ਵਾਰੀ ਆਇਆ, ਠੀਕ ਹੈ। ਆਪਾਂ ਇਹਨੂੰ ਵੀ ਕਵਰ ਕਰਦੇ ਚੱਲਦੇ ਹਾਂ। ਅੱਛਾ ਫੰਡ ਫਲੋ ਸਟੇਟਮੈਂਟ ਨੂੰ ਇੱਥੋਂ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਸਾਰਾ ਮੀਨਿੰਗ ਲਿਖਣਾ ਜਿਹੜਾ ਮੈਂ ਤੁਹਾਨੂੰ ਜਿਹੜਾ ਮੀਨਿੰਗ ਨਹੀਂ ਕਰਾਇਆ ਸੀਗਾ, ਫੰਡ ਫਲੋ ਕੀ ਹੁੰਦਾ ਹੈ, ਕਿੱਦਾਂ ਯੂਜ਼ ਹੋਏ ਕਰਦਾ ਹੈ, ਆਪਾਂ ਸਟਾਰਟਿੰਗ 'ਚ ਪੜ੍ਹਿਆ ਜਿਹੜਾ ਆਪਾਂ ਉਹਨੂੰ ਸ਼ੁਰੂ ਕਰਕੇ ਉਸ ਤੋਂ ਬਾਅਦ ਨਾਲ ਹੀ ਇੱਥੋਂ ਦੀ ਸ਼ੁਰੂ ਕਰ ਦੇਣਾ। ਅੱਛਾ ਪ੍ਰੈਜੈਂਟੇਸ਼ਨ ਥੋੜੀ ਵਧੀਆ ਕਰਿਓ, ਠੀਕ ਹੈ ਨਾ, ਤੁਹਾਡੀ ਪ੍ਰੈਜੈਂਟੇਸ਼ਨ ਹੀ ਡਿਪੈਂਡ ਕਰੇਗੀ ਵੀ ਤੁਹਾਨੂੰ ਨੰਬਰ ਕਿੰਨੇ ਮਿਲਣੇ ਆ। ठीक है चार्ट्स बिल्कुल प्रॉपर बनाइयो, पर ऐ नहीं भी 2 पेज चार्ट ना भरते तो लिखा सिर्फ 2 पेज का, एक पेज जोड़ा है प्रॉपर चार्ट्स ना बने होना चाहिए थोड़ा प्रॉपर, जिस हर पॉइंट को कवर किया जाए। हूँ मैं क्वेश्चन शुरू कराने लगा यूजेज या फिर सिग्नीफिकेंस या फिर इंपोर्टेंस की है थोड़ी कैश फ्लो फंड फ्लो स्टेटमेंट की, ठीक है। हूँ कहते फंड फ्लो स्टेटमेंट की है फाइनैंशियल एनालिसिस का बड़ा प्राइमरी तो इंपोर्टेंट टूल है, इनू आप करते हैं फाइनैंशियल मैनेजमेंट भी यूज़ करते हैं। हूँ नाउ डेज कहते अजकल की होता फाइनैंशियल एनालिसिस हो गई, क्रेडिट ग्रांटिंग इंस्टीट्यूशन जोड़े हो गए, कहते यार तुहाडा बैंक है या फिर कोई भी अदर इंस्टीट्यूशन जोड़े है फाइनैंशियल यार वो जो लोन देंगे या फिर क्रेडिट देंगे या फिर की करते हैं लैंडिंग करे करते ना, जिन्होंने कि पैसे देना कहते हैं, कहते क्रेडिटर की पहले की करते हैं पोजीशन चैक करते हैं कैश पोजीशन की है, फंड फ्लो स्टेटमेंट किद्दां दी बनी दी है जी, कहते जे वो प्रॉपर होएगी तो वो तुहानूं क्रेडिट या फिर लोन प्रोवाइड करेंगे, नहीं तो नहीं प्रोवाइड करेंगे, क्योंकि उन्होंने भी पता भी फ्यूचर जो सानूं रीपेमेंट इन्होंने करनी है कि इन्हों को हले पोजीशन इन्होंने ठीक हैगी है पे करने लिए नहीं हैगी, तो कि फ्यूचर च जाके कि इन्हों की पोजीशन उदारी बनी रहेगी या नहीं बनी रहेगी, और लिए की करते हैं कैश फ्लो के फंड फ्लो स्टेटमेंट में चैक करते हैं।
ਇੱਥੇ ਨਾ ਲਿਖ ਲਿਓ ਸਟਾਰਟਿੰਗ 'ਚ। ਫਿਰ ਕਹਿੰਦੇ ਸਾਨੂੰ ਕੀ ਆ ਫੰਡ ਫਲੋ ਸਟੇਟਮੈਂਟ। ਇਹ ਸਟੇਟਮੈਂਟ ਨਾਲ ਸਾਨੂੰ ਪਤਾ ਕੀ ਚੱਲਦਾ ਵੀ ਬਿਜ਼ਨਸ ਜਿਹੜਾ ਹੈਗਾ ਤੁਹਾਡਾ ਗਰੋਥ ਕਿੱਦਾਂ ਦੀ ਚੱਲੇ ਕਰਦੀ ਹੈ ਉਹਦੀ। ਜੇ ਗਰੋਥ ਹੋਏ ਕਰਦੀ ਹੈ ਤਾਂ ਆਟੋਮੈਟਿਕਲੀ ਕੀ ਹੈ ਉਹ ਆਰਾਮ ਨਾਲ ਲੋਨ ਪ੍ਰੋਵਾਈਡ ਕਰ ਦੇਣਗੇ ਤੁਹਾਨੂੰ। ਫਿਰ ਉਹਨਾਂ ਨੇ ਕਿਹਾ ਵੀ ਫਾਈਨੈਂਸਿੰਗ ਜਿਹੜੀ ਹੈਗੀ ਆ, ਫਾਈਨੈਂਸਿੰਗ ਜਿਹੜੀ ਸਾਡੇ ਕੋਲ ਪੈਸਾ ਇਕੱਠਾ ਕਿੱਥੋਂ ਹੋਇਆ ਕਰਦਾ ਅਤੇ ਪੈਸਾ ਇਕੱਠਾ ਲਗਾਏ ਕਿੱਥੇ ਕਰਦੇ ਆ ਫਾਈਨੈਂਸਿੰਗ ਨੂੰ ਆਪਾਂ, ਉਹ ਸਾਨੂੰ ਇੱਥੋਂ ਪਤਾ ਚੱਲਦਾ। ਤੇ ਆਪਾਂ ਇਹ ਕਹਿੰਦੇ ਆ ਵੀ ਸਾਡਾ ਵਰਕਿੰਗ ਕੈਪੀਟਲ ਜਿਹੜਾ ਹੈਗਾ, ਵਰਕਿੰਗ ਕੈਪੀਟਲ ਮਤਲਬ ਕਰੰਟ ਐਸੈਟ ਤੇ ਕਰੰਟ ਲਾਇਬਿਲਿਟੀ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਕੀ ਐਡੀਕੁਏਟ ਹੈ ਜਾਂ ਫਿਰ ਇਨਐਡੀਕੁਏਟ ਹੈਗੀ ਆ। ਹਾਂ ਫਿਰ ਆਪਾਂ ਇਹ ਦੇਖਦੇ ਹਾਂ ਵੀ 2 ਮਿੰਟ, ਫਿਰ ਆਪਾਂ ਇਹ ਦੇਖਦੇ ਹਾਂ ਵੀ ਵਨ ਕੈਨ ਪਲਾਨ ਦ ਇੰਟਰਮੀਡੀਏਟ ਐਂਡ ਲੌਂਗ ਟਰਮ ਫਾਈਨੈਂਸਿੰਗ ਰੀਪੇਮੈਂਟ। ਕਹਿੰਦੇ ਇਹਦੇ ਨਾਲ ਆਪਾਂ ਪਲੈਨਿੰਗ ਕਿਹੜੀ ਕਰਨੀ ਹੈ ਲੌਂਗ ਟਰਮ ਫਾਈਨੈਂਸਿੰਗ ਦੀ, ਰੀਪੇਮੈਂਟ ਕਿੱਦਾਂ ਕਰਨੀ ਆਪਾਂ ਲੌਂਗ ਟਰਮ ਡੈਟ ਦੀ, ਐਕਸਪੈਂਸ਼ਨ ਕਰਨਾ ਬਿਜ਼ਨਸ ਦਾ ਜਾਂ ਨਹੀਂ ਕਰਨਾ, ਤੇ ਆਪਾਂ ਰਿਸੋਰਸਿਸ ਨੂੰ ਐਲੋਕੇਟ ਕਿੱਦਾਂ ਕਰਨਾ ਹੈ। ਐਲੋਕੇਟ ਵਰਡ ਦਾ ਮਤਲਬ ਵੰਡਣਾ, ਡਿਸਟਰੀਬਿਊਸ਼ਨ ਹੋ ਗਈ ਕਹ ਲਓ, ਠੀਕ ਹੈ ਨਾ, ਐਲੋਕੇਸ਼ਨ ਕਰਨੀ ਹੈ ਆਪਾਂ ਰਿਸੋਰਸਿਸ ਦੀ। ਫਿਰ ਉਸ ਤੋਂ ਬਾਅਦ ਆਪਣਾ ਪੁਆਇੰਟ 'ਚ ਲਿਖੇ ਦਾ ਆ ਗਿਆ ਹੁਣ ਸਿਗਨੀਫਿਕੈਂਸ ਜਾਂ ਫਿਰ ਇੰਪੋਰਟੈਂਸ ਜਾਂ ਫਿਰ ਯੂਜ਼ਸ। ਹੁਣ ਯਾਰ ਪਹਿਲਾ ਪੁਆਇੰਟ ਸਾਡਾ ਆਂਦਾ ਇਟ ਹੈਲਪਸ ਇਨ ਐਨਾਲਿਸਿਸ ਆਫ ਫਾਈਨੈਂਸ਼ੀਅਲ ਆਪਰੇਸ਼ਨ। मैं फिर तो बुक शेड़ा यूज़ करना आप सारा, ठीक है ना। अब मैं मनो नहीं बोलन दिया कोई भी चीज़, पहले तुम सुन लो बुक च जो वर्ड दिते रहे मैं उस हिसाब नाल बोलन की पूरी कोशिश करेगा ना, तो इन्ना तुम कर लोगे तो आराम हो जाएगा तुहाडा। इस तो घट भी लिख लियो कोई गल नहीं, क्योंकि सारा याद नहीं रहना किसी भी, सारा किसी याद नहीं रहना। याद रखो लिमिटेड जिहड़ा कि तुहानूं एग्जाम टाइम दे विच क्लिक हो जाए आराम नाल, ठीक है ना। हुण अगला इत्थों मैं पहला पॉइंट शुरू करन लगा, इट हैल्प्स इन एनालिसिस ऑफ फाइनैंशियल ऑपरेशन। कहते फाइनैंशियल स्टेटमेंट जिहड़ी ना रिवील करती है सानूं भी तुहाडी ट्रांजैक्शन जिहड़ी बिजनस चों करदी आ, भावें ऑपरेशन होण भावें फाइनैंशियल होण, उन्हां दा नैट इफैक्ट की पे करदा। कैश फ्लो स्टेटमेंट च की है कैश दे इफैक्ट, ते फंड फ्लो स्टेटमेंट की है फंड दे इफैक्ट, ठीक है। फिर उस तो बाद की है ऐ उन्होंने अगे कहा कि बैलेंस शीट जी ना सानू की दसदी है स्टैटिक व्यू दसदी है। स्टैटिक व्यू का मतलब की है फिगर्स च की है सानू दसे करदी हैगी है भी साडे जिहड़े की रिसोर्सिस जिहड़े हीगे बिजनस दे वो आपां लैके कित्थों आए तो आपां लगाए कित्थे हैगे आ, ठीक है। उस तो बाद बट ए की चीज़ नूं डिस्कलोज नहीं करे करदी बैलेंस शीट, एसैट ते लायबिलिटी दे विच जिहड़े चेंजिस आए आ उन्हां दा कारण की हीगा कोज नहीं दसे करदी, वो सानू फंड फ्लो स्टेटमेंट दसे करदी है, पता चल गया। उस तो बाद समटाइम्स अ कंसर्न में ऑपरेट प्रॉफिटेबिलिटी एंड येट इट्स चेंजेस लिक्विडिटी पोजीशन कंपनी। अच्छा कहते कई वारी आपां की करते हैं समटाइम्स कंसर्न जी ना प्रॉफिटेबिलिटी ते की करती है ज़्यादा फोकस कर देंदी है, तो उन्होंने यह भूल जाता है भी साड़ी लिक्विडिटी पोजीशन भी की बनी रहनी चाहिए है। हाँ फिर फंड फ्लो स्टेटमेंट सानू की क्लीयर आंसर देंदी भी है भी प्रॉफिटेबिलिटी ते कैश नूं किद्दां आपां की मेनटेन करके रखना। पूरा बुकी शेड़ा कवर हो गया इत्थों। इट थ्रोज लाइट ऑन, अच्छा अगला पॉइंट आ गया इट थ्रोज लाइट ऑन क्वेश्चनस। कहते यार आपां की कुछ क्वेश्चन जिहड़े कि जनरल इंटरस्ट दे हैगे आ उन्हां दा आंसर दिंदी है कौन फंड फ्लो स्टेटमेंट। किहड़े क्वेश्चन है इत्थे उन्होंने दसे है, कहते साडा नैट एसैट ते नैट लायबिलिटी उहदी पोजीशन की है। अगला मैं थोड़ी सौखी लैंग्वेज लिखा, ठीक है ना, इनू रहन दो लो। हुण कहते साडा डिविडेंड जिहड़ा हैगा ना कि वो अवेलेबल प्रॉफिट जिहड़े हैगे कि साडा डिविडेंड डिक्लेयर करने लई सफिशेंट हैगे नहीं हैगे। अगला क्वेश्चन उन्होंने कहा पॉसिबल टू डिस्ट्रीब्यूट, कहते कि साडे कोल डिविडेंड जिहड़ा साडे कोल अर्निंग पिछले पढ़िया ही ना आपां फोर्थ च साडा EPS अर्निंग पर शेयर हैगा साडा कि साडा सफिशेंट हैगा डिविडेंड पे आउट करने लई, रिटेन अर्निंग करने लई, क्वेश्चन पूछे करते हो। उस तो बाद वट हैपन टू नैट प्रॉफिट, कहते नैट प्रॉफिट का की बनया कित्थे गया उहदी जिहड़ी जानकारी भी तो होनी चाहिए है ना। फिर अगला क्वेश्चन कहते आपां जिहड़े कि पैसे निकले ही साडे फिक्स एसैट नूं वेच के डिवेंचर इशू करके शेयर इशू करके वो प्रोसीड्स वो पैसे कित्थे गए। अगला क्वेश्चन साडे कोल की डैट की रीपेमेंट करने लई प्रॉपर सोर्सिस अवेलेबल है या नहीं है। हाँ अगला कहते फंड फ्लो स्टेटमेंट जी सानू हैल्प करती है भी रियलिस्टिक डिविडेंड जिहड़ा हैगा वो, अच्छा मैं पॉइंट बोलना भूल गया सॉरी, एक ही करती भी है सानू रियलिस्टिक डिविडेंड पॉलिसी बनाने में हेल्प करती है कौन फंड फ्लो स्टेटमेंट। ये की होया करता है यार साडे कोल जे सफिशेंट प्रॉफिट अवेलेबल है तो आपां की करांगे डिविजिबल प्रॉफिट चों की करांगे आपां डिविडेंड डिस्ट्रीब्यूट करांगे मतलब EPS चों। जे साडे कोल सफिशेंट प्रॉफिट्स अवेलेबल नहीं है साडा EPS भी घट आएगा तो आपां डिविडेंड नूं पे नहीं कर पावांगे, ठीक है ना।
तो सानू की है फंड फ्लो स्टेटमेंट सानू दसदी है भी रियलिस्टिक डिविडेंड पॉलिसी की होनी चाहिए जिन्ना कि साडे शेयर होल्डर ते कंपनी दोवां दा की है स्टेबिलिटी बनी रहे, नुकसान दोबारा ना होए। इट हैल्प्स द प्रॉपर एलोकेशन ऑफ रिसोर्सिस, कहते यार साडे कोल की है एक कंसर्न जिहड़ी हुंदी है ओहदे कोल रिसोर्सिस की हुंदे लिमिटेड हुंदे आ, पर वॉन्ट्स जिहड़ियां हैगियां हर जगह ते की हुंदियां अनलिमिटेड हुंदियां, ते कहंदे आपां लिमिटेड रिसोर्सिस नाल आपां अनलिमिटेड जिहड़े की है साडे कोल की हैगियां चीज़ां हैगियां उन्हां नूं आपां कवर किद्दां कर सकदे हैगे सही तरीके नाल, सानूं नुकसान ना होए। हुण अगला कहते डिसीजन मेकिंग च हैल्प करती है, तो उन्होंने यह भी कहा भी रिसोर्सिस की डिप्लॉयमेंट तो एप्लीकेशन, डिप्लॉयमेंट मतलब आप लगाए कितने करते हैं, एप्लीकेशन भी मतलब आप लगाए कितने करते हैं, तो कोलैक्शन जी है तो डिप्लॉयमेंट का वो सानू पता चलता है ये फंड फ्लो ना। अगला आ गया इट हैल्प्स इन प्रॉपर एलोकेशन ऑफ रिसोर्सिस, अच्छा ये मैं तुम्हें बोलता ना। नैक्सट पॉइंट आ गया तुहाडा इट एक्ट्स एज अ फ्यूचर गाइड, कहते यार सानू इन्ना भी पता चलता भी फ्यूचर च साडा बिजनेस जिहड़ा हैगा नियर किद्दां जाएगा, तो आप फंड नूं लैके फ्यूचर च की करना है, भी आप फंड नूं बचाना चाहते हैं या फिर फंड नूं बिजनेस की एक्सपेंशन के लिए रिटेन अर्निंग के लिए आप लगाना चाहते हैं, ठीक है। फर्म कैन अरेंज फाइनेंस दीज नीड्स मोर इफेक्टिवली, अच्छा कहते यार फर्म जिहड़ा हैगा ना कि उन्होंने फाइनेंस नूं होर इकट्ठा करने की लोड़ हैगी है या फिर यह फाइनेंस जिहड़ा इकट्ठा कीते की सफिशेंट हैगा, ਇਹਦਾ ਸਾਨੂੰ पता चलता है भी फ्यूचर जी प्रॉब्लम आई है उन्होंने आप अवॉइड कर सकते हैं यही नाल या नहीं कर सकते। अगला पॉइंट सिर्फ 2 पॉइंट रह गए आराम ना। हुण इट हैल्प्स इन अप्रेजिंग द यूज ऑफ द वर्किंग कैपिटल, कहते यार साडा वर्किंग कैपिटल जिहड़ा हैगा ना वो सानू यूज का पता चलता है, सीधे लिख दियो ग्रोस वर्किंग कैपिटल एक्सप्लेन कर दियो, नैट वर्किंग कैपिटल मेरे एक्सप्लेन कर दियो जो मैं तुहानूं पहले बोलिया सीगा, ठीक है ना। ग्रोस इज इक्वल टू करंट एसेट, नैट इज इक्वल टू करंट एसेट माइनस करंट लाइबिलिटी, ठीक है ना। करंट एसेट ज़्यादा है तो नैट वर्किंग कैपिटल पॉजिटिव है, जो करंट लाइबिलिटी ज़्यादा है तो नैट वर्किंग कैपिटल की है नैगेटिव है, इतने सीधे शो कर दियो। इन्ना सानू कि अपनी कंडीशन इंप्रूव करने का पता चलता है भी वर्किंग कैपिटल ठीक है या नहीं हैगी, हाँ नैगेटिव है तो खराब पोजीशन है, पॉजिटिव है तो सही पोजीशन है। हुण अगला लास्ट पॉइंट इत्थे रह गया क्वेश्चन च इट हैल्प्स इन नोइंग द ओवरऑल क्रेडिट वर्थनेस ऑफ द फर्म, कहते यार सानू यह पता भी फाइनैशियल इंस्टीट्यूशन या फिर जो नाम इन्होंने दसे है किहड़े-किहड़े है, इंडस्ट्रीयल डेवलपमेंट कॉरपोरेशन, इंडस्ट्रीयल फाइनैशियल कॉरपोरेशन, बैंक्स, इंडस्ट्रीयल डेवलपमेंट बैंक, वो की करते हुए फंड फ्लो स्टेटमेंट में देख के तुहानूं देखते हैं भी कि आने वाले सालों तो की लोन नूं पे कर पाओगे, उस हिसाब नाल तुहानूं की है लोन प्रोवाइड करते हैं, क्रेडिट प्रोवाइड करते हैं भी की तुसीं उस लोन की रीपेमेंट टाइम पर कर पाओगे या नहीं कर पाओगे, है ना। तो कहते भी ये काफ़ी वधिया चीज़ है, तुहानूं इन्ना पढ़ के पता चल ही गया भी फंड फ्लो स्टेटमेंट बड़ी वधिया चीज़ है। ऐड थोड़ा शो कर दी होगा गल लिख लुक के। लास्ट क्वेश्चन रह गया 4-5 पॉइंट का लिमिटेशंस ऑफ फंड फ्लो स्टेटमेंट, यार लिमिटेशंस की है। पहली गल तो फंड फ्लो स्टेटमेंट जिहड़ा हैगा ना ये इनकम स्टेटमेंट का सबस्टिट्यूट नहीं हैगा, ये सानू दसदा भी एडिशनल इन्फॉर्मेशन जिहड़ी कि ओहदे च शो नहीं कर पाए आपां इत्थे शो कर दांगे, पर ये लिमिटेशन के हिसाब नाल आपां देखिए यार की हैगा इट शुड बी रिमेंबर दैट फंड फ्लो स्टेटमेंट इज नॉट अ सबस्टिट्यूट द इनकम स्टेटमेंट, कहते सबस्टिट्यूट नहीं है इनकम स्टेटमेंट के बैलेंस शीट का, एक ही प्रोवाइड करता है एडिशनल इन्फॉर्मेशन कुछ चेंजेस के नाल। फिर ये बड़ी कमी है कि यह कंटीन्यूस चेंजेस नूं रिवील नहीं कर पाते आप ये, ठीक है ना। कहते ये कोई ओरिजिनल स्टेटमेंट नहीं हैगी, ये की है ये रीअरेंजमेंट होए करदी फिगर्स दी ते डाटा दी जिहड़ी कि फाइनैशियल स्टेटमेंट च दित्ती रही सानूं एक अदर गोल दे नाल। हुण इहदे विच उन्होंने कहा ये हिस्टोरिकल नहीं नेचर है तो इनू आप पूरे तरीके ना एक्यूरेट नहीं कह सकते। हाँ फिर लास्ट पॉइंट तो इत्थे रह गया भी चेंज जिहड़े है कैश के विच वो काफ़ी ज़्यादा इंपोर्टेंट हो जाते तुहाडे कई बारी प्रॉफिटेबिलिटी के हिसाब नाल कंपेयर करिए आप कई बारी यह कहने भी जे आप इमीडिएट या फिर शॉर्ट टर्म की गल करिए वो कैश फ्लो स्टेटमेंट ज़्यादा कामयाब है एज कंपेयर टू फंड फ्लो स्टेटमेंट, क्योंकि फंड फ्लो तो लॉन्ग टर्म की गल करे करता है ना। अच्छा चलो ठीक है, हुण आपां जिहड़ा ये चैप्टर कैश फ्लो स्टेटमेंट ते फंड फ्लो स्टेटमेंट के चैप्टर के हिसाब नाल आपां जिन्नी भी थ्योरी बन सकती है पॉसीबल आपां वो कर ली है। हाँ तो हुण यार फॉर्मेट की गल हैगी ना, कैश फ्लो स्टेटमेंट ते फंड फ्लो स्टेटमेंट के फॉर्मेट जिहड़े हैगे उसदे मैं पर्टिकुलर जिहड़ा तुहानूं मैं एक टॉपिक करवा दांगा हल्का जिहा उन्होंने भी कर लियो, ठीक है। मैं नहीं कहना नहीं कराना पर मैं करावांगा, हले फिलहाल सैशन थोड़ा ज़्यादा हो गया, ठीक है ना। हुण यार तुहानूं कईयां नूं लगन दिया होगा यार थ्योरी थोड़ी जी ड्राई हो गई है, ड्राई तो है यार पर चक्कर आया अकाउंट की थ्योरी है, नाले इस सैशन च मैं वो वर्ड यूज़ किए रहे हैं जिहड़े कि उन्होंने बुक च यूज़ किए रहे हैं, ये वर्ड तो यूज़ करोगे तो नंबर नहीं कर सकता कोई भी, ठीक है ना। जे मैं चाहता तो मैं अपने मन भी बोल सकता ही पर आपां बुक नूं कवर करना है। चलो ठीक है, अज का सैशन आप इत्थे खत्म करते हैं तो घरों बिल्कुल पढ़ के आइयो, तो
जिन्हें नोट्स बनाए बहुत वधिया, जिन्हें अंडरलाइन की ठीक है, तो जिन्हें बड़े वधिया तरीके ना सुनिया है वो भी बहुत वधिया। चलो ठीक है, कल मिलते हैं हूँ आप नवे सैक्शन नाल, ते टाटा बाय बाय।